ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਐਰੂਡੀਸ਼ਨ ਸਟੱਡੀਜ਼ ਦੇ ਅਫੀਸ਼ੀਅਲ ਚੈਨਲ ਦੇ ਉੱਪਰ। ਇਹਨਾਂ ਦਿਨਾਂ ਦੇ ਵਿੱਚ ਅਸੀਂ ਇੱਕ ਸੀਰੀਜ਼ ਨੂੰ ਸਟਾਰਟ ਕੀਤਾ ਹੋਇਆ ਹੈ, ਜਿਸ ਦੇ ਵਿੱਚ ਜਿਹੜੀਆਂ ਵੈਕੈਂਸੀਜ਼ ਆਈਆਂ ਉਸ ਦੇ ਵਿੱਚ ਪੰਜਾਬੀ ਦੇ ਕਵੀਆਂ ਨੂੰ ਦੇਖ ਰਹੇ ਹਾਂ। ਤੇ ਅਸੀਂ ਪਹਿਲਾਂ ਜੋ ਇੱਕ ਵੀਡੀਓ ਕੀਤੀ ਸੀ ਉਸ ਦੇ ਵਿੱਚ ਅਸੀਂ ਭਾਈ ਵੀਰ ਸਿੰਘ ਨੂੰ ਦੇਖਿਆ ਸੀਗਾ, ਔਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਧਨੀ ਰਾਮ ਚਾਤ੍ਰਿਕ ਨੂੰ ਕਵਰ ਕਰਾਂਗੇ। ਓਕੇ, ਤੇ ਜੇ ਧਨੀ ਰਾਮ ਚਾਤ੍ਰਿਕ ਦੀ ਗੱਲ ਕਰੋਗੇ ਤਾਂ ਇਹ ਤੁਹਾਡੇ ਪੰਜਾਬੀ ਦੇ ਪੇਪਰ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਅਕਸਰ ਹੀ ਇਹਨਾਂ ਦੇ ਵਿੱਚੋਂ ਕੁਐਸਚਨਸ ਪੁੱਛੇ ਜਾਂਦੇ ਆ। ਇਸ ਵਾਰ ਮੈਂ ਥੋੜਾ ਜਿਹਾ ਚੇਂਜ ਕਰਕੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਜੋ ਅਸੀਂ ਇਹ ਸੈਸ਼ਨ ਕਰਾਂਗੇ ਇਸ ਦੇ ਵਿੱਚ ਅਸੀਂ ਦੋ ਪਾਰਟ ਲੈ ਕੇ ਆਏ ਹਾਂ, ਠੀਕ ਹੈ, ਜਿਸ ਦੇ ਵਿੱਚ ਪਹਿਲਾ ਪਾਰਟ ਹੋਏਗਾ ਥਿਉਰੀ ਦਾ ਤੇ ਦੂਸਰਾ ਪਾਰਟ ਹੋਏਗਾ MCQ ਦਾ। ਜਦੋਂ ਵੀ ਤੁਸੀਂ ਕਿਸੇ ਪੇਪਰ ਦੇ ਵਿੱਚ ਕਲੈਰਿਟੀ ਲੈਣੀ ਹੈ, ਉਸ ਪੇਪਰ ਨੂੰ ਕਲੀਅਰ ਕਰਨਾ ਹੈ, ਤਾਂ ਇੰਪੋਰਟੈਂਟ ਹੈ ਥਿਉਰੀ ਪਾਰਟ ਪੜ੍ਹਨਾ ਵੀ ਤੇ MCQ ਵੀ। ਕੱਲੀ ਥਿਉਰੀ ਦੇ ਨਾਲ ਵੀ ਤੁਹਾਡਾ ਪਾਰ ਉਤਾਰਾ ਨਹੀਂ ਹੋਣਾ ਤੇ ਕੱਲੇ MCQ ਨਾਲ ਵੀ ਗੱਲ ਨਹੀਂ ਬਣਨੀ। ਓਕੇ, ਇਸ ਲਈ ਮੈਂ ਦੋਨੋਂ ਹੀ ਚੀਜ਼ਾਂ ਨੂੰ ਲਿਆਂਦਾ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੇ ਸੈਸ਼ਨ ਦੇ ਵਿੱਚੋਂ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲੇਗਾ। ਜਿਹੜੇ ਸਟੂਡੈਂਟਸ ਪਹਿਲੀ ਵਾਰ ਇਸ ਸੈਸ਼ਨ ਨੂੰ ਦੇਖ ਰਹੇ ਹੈ ਉਹਨਾਂ ਨੂੰ ਮੈਂ ਦੱਸਦੇ ਹਾਂ ਕਿ ਐਰੂਡੀਸ਼ਨ ਸਟੱਡੀਜ਼ ਦੇ ਚੈਨਲ ਦੇ ਉੱਪਰ ਤੁਹਾਨੂੰ ਕਰੰਟ ਅਫੇਅਰਸ ਮਿਲਦੇ ਨੇ, ਜਨਰਲ ਸਟੱਡੀਜ਼ ਦੇ ਸਾਰੇ ਲੈਕਚਰ ਮਿਲਦੇ ਹੈ ਜੋ ਕਿ UPSC ਤੱਕ ਦੇ ਲਈ ਤੁਹਾਡੇ ਲਈ ਫਾਇਦੇਮੰਦ ਹੁੰਦੇ ਨੇ। ਓਕੇ, ਤਾਂ ਫਿਰ ਅੱਜ ਦੇ ਸੈਸ਼ਨ ਨੂੰ ਸਟਾਰਟ ਕਰਾਂਗੇ, ਜਿਸ ਦੇ ਵਿੱਚ ਅਸੀਂ ਧਨੀ ਰਾਮ ਚਾਤ੍ਰਿਕ ਨੂੰ ਕਵਰ ਕਰਨਾ ਹੈ। ਓਕੇ, ਔਰ ਇਹਨਾਂ ਦਾ ਟਾਈਮ ਪੀਰੀਅਡ 1876 ਤੋਂ ਲੈ ਕੇ 1954 ਤੱਕ ਦਾ ਰਹੇਗਾ। ਓਕੇ ਜੀ, ਹਾਂਜੀ, ਤਾਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ। ਜਿੱਥੇ ਤੁਹਾਨੂੰ ਰੈੱਡ ਕਲਰ ਦੇ ਨਾਲ ਲਿਖਿਆ ਹੋਇਆ ਮਿਲ ਰਿਹਾ ਹੈ, ਇਹ ਵਾਲੇ ਸ਼ਬਦ ਇੰਪੋਰਟੈਂਟ ਰਹਿਣਗੇ, ਇਹਨਾਂ ਤੋਂ ਕੁਐਸਚਨਸ ਬਣਦੇ ਨੇ, ਠੀਕ ਹੈ। ਤੇ ਜਦੋਂ ਵੀ ਤੁਸੀਂ ਕਿਸੇ ਕਵੀ ਨੂੰ ਪੜ੍ਹੋ ਤਾਂ ਉਸ ਦਾ ਬੇਸਿਕ ਜਾਣਕਾਰੀ, ਉਸ ਦਾ ਜਨਮ, ਮਾਤਾ ਪਿਤਾ ਦਾ ਨਾਮ, ਬੱਚੇ ਵਗੈਰਾ, ਇਹਨਾਂ ਚੀਜ਼ਾਂ ਦੇ ਬਾਰੇ ਜ਼ਰੂਰ ਪੜ੍ਹ ਲਿਆ ਕਰੋ, ਠੀਕ ਹੈ। ਤਾਂ ਧਨੀ ਰਾਮ ਚਾਤ੍ਰਿਕ ਜੀ ਦਾ ਜੋ ਜਨਮ ਹੈ ਇਹ ਹੋਇਆ ਸ਼ੇਖੂਪੁਰਾ ਜ਼ਿਲ੍ਹੇ ਦੇ ਪਸੀਆਂ ਵਾਲਾ ਪਿੰਡ ਵਿੱਚ। ਤੇ ਧਨੀ ਰਾਮ ਚਾਤ੍ਰਿਕ ਜੀ ਦੇ ਬਾਰੇ ਦੇ ਵਿੱਚ ਨਾ ਅਕਸਰ ਹੀ ਇਹ ਵਾਲਾ ਕੁਐਸਚਨ ਪੁੱਛ ਲਿਆ ਜਾਂਦਾ ਹੈ। ਕਿਸ ਲਈ? ਕਿਉਂਕਿ ਇਹ ਭਾਰਤ ਤੋਂ ਬਾਹਰ ਪੈਦਾ ਹੋਏ ਸੀ ਨਾ, ਇਸ ਲਈ, ਰਾਈਟ। ਤਾਂ ਇਹ ਤੁਸੀਂ ਯਾਦ ਰੱਖਣਾ ਹੈ ਕਿ ਇਹਨਾਂ ਦਾ ਜੋ ਜਨਮ ਪਸੀਆਂ ਵਾਲਾ ਪਿੰਡ 'ਚ ਹੋਇਆ, ਇਹ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈਗਾ। ਓਕੇ, ਔਰ ਇਹਨਾਂ ਦੇ ਪਿਤਾ ਜੀ ਦਾ ਨਾਮ ਸੀਗਾ ਪੋਲੂਮਲ ਔਰ ਮਾਤਾ ਦਾ ਨਾਮ ਹੈ ਲక్ష్ਮੀ ਦੇਵੀ। ਜ਼ਿਆਦਾਤਰ ਤੁਹਾਡੇ ਕੋਲੋਂ ਪਿਤਾ ਦਾ ਨਾਮ ਹੀ ਪੁੱਛਿਆ ਜਾਂਦਾ ਹੈ, ਬਟ ਅੱਜ ਕੱਲ੍ਹ ਮਾਤਾ ਦਾ ਨਾਮ ਵੀ ਪੁੱਛਿਆ ਜਾਣ ਲੱਗ ਗਿਆ, ਇਸ ਲਈ ਦੋਨੋਂ ਹੀ ਤੁਸੀਂ ਯਾਦ ਰੱਖੋਗੇ। ਔਰ ਇਹਨਾਂ ਦੇ ਪਿਤਾ ਜੀ ਸਧਾਰਨ ਇੱਕ ਦੁਕਾਨਦਾਰ ਸੀਗੇ, ਯਾਨੀ ਕਿ ਜੇ ਤੁਸੀਂ ਇਹਨਾਂ ਦੀ ਮਾਲੀ ਹਾਲਤ ਦੇਖੋਗੇ ਤਾਂ ਜ਼ਿਆਦਾ ਵਧੀਆ ਨਹੀਂ ਸੀ, ਠੀਕ ਹੈ। ਤੇ ਇਹਨਾਂ ਦੀ ਮਾਲੀ ਹਾਲਤ ਖਰਾਬ ਹੋਣ ਦੇ ਕਰਕੇ ਇਹਨਾਂ ਦੇ ਪਿਤਾ ਜੀ ਨੇ ਕੀ ਕੀਤਾ, ਪਸੀਆਂ ਵਾਲਾ ਪਿੰਡ ਛੱਡ ਦਿੱਤਾ ਤੇ ਫਿਰ ਆਪਣੇ ਪਰਿਵਾਰ ਨੂੰ ਲੈ ਕੇ ਅੰਮ੍ਰਿਤਸਰ ਦੇ ਪਿੰਡ ਲੋਪੋਕੇ ਦੇ ਵਿੱਚ ਆ ਗਏ, ਔਰ ਇੱਥੇ ਹੀ ਫਿਰ ਆ ਕੇ ਬਾਅਦ ਵਿੱਚ ਇਹ ਵਸ ਗਏ ਸੀਗੇ। ਓਕੇ, ਔਰ ਧਨੀ ਰਾਮ ਚਾਤ੍ਰਿਕ ਨੇ ਫਿਰ ਆਪਣੀ ਜਿਹੜੀ ਮੁੱਢਲੀ ਸਿੱਖਿਆ ਹੈ ਇਹ ਐਸੇ ਅੰਮ੍ਰਿਤਸਰ ਦੇ ਵਿੱਚ ਹੀ ਪ੍ਰਾਪਤ ਕੀਤੀ ਸੀਗੀ, ਔਰ ਇਹਨਾਂ ਨੇ ਸਿਰਫ 4 ਜਮਾਤਾਂ ਹੀ ਪੜ੍ਹੀਆਂ ਕਿਉਂਕਿ ਪਰਿਵਾਰ ਦੀ ਹਾਲਤ ਚੰਗੀ ਨਹੀਂ ਸੀ, ਇਸ ਲਈ ਇਹ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਨਹੀਂ ਰੱਖ ਸਕੇ। ਪਰ ਇਹਨਾਂ ਦੇ ਪਿਤਾ ਜੀ ਵੀ ਕਾਫੀ ਜ਼ਿਆਦਾ ਗਿਆਨ ਵਾਲੇ ਪਰਸਨ ਸੀ। ਉਹਨਾਂ ਨੇ ਇਹਨਾਂ ਨੂੰ ਗੁਰਮੁਖੀ ਔਰ ਉਰਦੂ ਦੋਨੋਂ ਹੀ ਭਾਸ਼ਾਵਾਂ ਦਾ ਗਿਆਨ ਦਿੱਤਾ ਸੀ। ਇਹ ਤੁਸੀਂ ਯਾਦ ਰੱਖਣਾ ਹੈ ਕਿ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਗੁਰਮੁਖੀ ਤੇ ਉਰਦੂ ਭਾਸ਼ਾਵਾਂ ਸਿਖਾਈਆਂ ਸੀ। ਓਕੇ, ਇਸ ਤੋਂ ਬਾਅਦ ਨਾ ਚਾਤ੍ਰਿਕ ਨੂੰ ਨਵੇਂ ਤਰੀਕੇ ਦੇ ਨਾਲ ਲਿਖਣ ਦਾ, ਕੈਲੀਗ੍ਰਾਫੀ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ। ਓਕੇ, ਤੇ ਫਿਊਚਰ ਦੇ ਵਿੱਚ ਜਦੋਂ ਇਹ ਭਾਈ ਵੀਰ ਸਿੰਘ ਜੀ ਦੇ ਕੋਲੋਂ ਗਏ ਸੀ ਤਾਂ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਟਾਈਪੋਗ੍ਰਾਫੀ ਸਿੱਖਣੀ ਚਾਹੀਦੀ ਹੈ। ਤਾਂ ਫਿਰ ਇਹ ਗੁਰਮੁਖੀ ਦੀ ਟਾਈਪੋਗ੍ਰਾਫੀ ਸਿੱਖਣ ਦੇ ਲਈ ਕਿੱਥੇ ਚਲੇ ਗਏ? ਬੰਬਈ ਚਲੇ ਗਏ। ਇਹ ਤੁਸੀਂ ਯਾਦ ਰੱਖਣਾ ਹੈ। ਓਕੇ, ਇਸ ਤੋਂ ਬਾਅਦ 2 ਉਮਰ ਦੇ ਪੜਾਅ ਤੁਹਾਨੂੰ ਬਹੁਤ ਇੰਪੋਰਟੈਂਟ ਰਹਿਣਗੇ। ਜਦੋਂ ਇਹਨਾਂ ਦੀ ਉਮਰ ਸੀ 17 ਸਾਲ ਦੀ, ਉਸ ਟਾਈਮ ਤੇ ਇਹ ਭਾਈ ਵੀਰ ਸਿੰਘ ਜੀ ਦੀ ਵਜ਼ੀਰ ਹਿੰਦ ਪ੍ਰੈਸ ਦੇ ਵਿੱਚ ਨੌਕਰੀ ਕਰਨ ਦੇ ਵਾਸਤੇ ਚਲੇ ਗਏ, ਕਿਉਂਕਿ ਅਸੀਂ ਦੇਖਿਆ ਇਹਨਾਂ ਦੀ ਮਾਲੀ ਹਾਲਤ ਸਹੀ ਨਹੀਂ ਹੈ ਨਾ, ਤੇ ਇਸ ਲਈ ਇਹਨਾਂ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਨੌਕਰੀ ਦੀ ਜ਼ਰੂਰਤ ਸੀ। ਤਾਂ ਵਜ਼ੀਰ ਹਿੰਦ ਪ੍ਰੈਸ ਦੇ ਵਿੱਚ ਇਹਨਾਂ ਨੇ ਨੌਕਰੀ ਕੀਤੀ ਤੇ ਟੋਟਲ ਇਹਨਾਂ ਨੇ 18 ਸਾਲ ਨੌਕਰੀ ਕੀਤੀ ਸੀ। ਇਹ ਦੋਨੋਂ ਫਿਗਰ ਆਪਸ ਦੇ ਵਿੱਚ ਕੋਰਿਲੇਟ ਕਰ ਲੈਣਾ, ਠੀਕ ਹੈ। ਤੇ ਉਹਨਾਂ ਦਾ ਜਨਮ ਤਾਂ ਹਿੰਦੂ ਪਰਿਵਾਰ ਦੇ ਵਿੱਚ ਹੋਇਆ ਸੀਗਾ, ਪਰ ਜਿੱਦਾਂ ਹੀ ਭਾਈ ਵੀਰ ਸਿੰਘ ਦੇ ਸੰਪਰਕ ਦੇ ਵਿੱਚ ਇਹ ਆਏ ਤਾਂ ਇਹਨਾਂ ਨੇ ਸਿੱਖ ਧਰਮ ਦੇ ਵਿੱਚ ਵੀ ਬੜਾ ਹੀ ਜ਼ਿਆਦਾ ਵਿਸ਼ਵਾਸ ਕਾਇਮ ਕਰ ਲਿਆ ਸੀ, ਪਰ ਇਹਨਾਂ ਨੇ ਸਿੱਖ ਧਰਮ ਅਪਣਾਇਆ ਨਹੀਂ ਸੀ, ਇਹ ਯਾਦ ਰੱਖਣਾ, ਠੀਕ ਹੈ। ਇਹਨਾਂ ਨੇ ਇਹਦੇ ਵਿੱਚ ਵਿਸ਼ਵਾਸ ਰੱਖਿਆ ਸੀ। ਤੇ ਫਿਰ ਭਾਈ ਵੀਰ ਸਿੰਘ ਦੇ ਨਾਲ ਮੁਲਾਕਾਤ ਤੋਂ ਬਾਅਦ ਹੀ ਇਹਨਾਂ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਲਿਖਣ ਦੀ ਚੇਟਕ ਲੱਗ ਗਈ ਸੀ। ਓਕੇ, ਇਹ ਵੀ ਕੁਐਸਚਨ ਅਕਸਰ ਪੁੱਛਿਆ ਜਾਂਦਾ ਹੈ। ਤੇ ਜਦੋਂ ਇਹਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਲਿਖਣਾ ਸ਼ੁਰੂ ਕੀਤਾ, ਉਸ ਤੋਂ ਬਾਅਦ ਇਹਨਾਂ ਦੀਆਂ ਰਚਨਾਵਾਂ ਛਪਣੀਆਂ ਸ਼ੁਰੂ ਹੋ ਗਈਆਂ। ਕੰਮ ਕਿੱਥੇ ਕਰ ਰਹੇ ਸੀ? ਇਹ ਵਜ਼ੀਰ ਹਿੰਦ ਪ੍ਰੈਸ ਦੇ ਵਿੱਚ ਕਰ ਰਹੇ ਸੀ। ਤਾਂ ਉੱਥੇ ਹੀ ਇਹਨਾਂ ਦੀਆਂ ਰਚਨਾਵਾਂ ਖਾਲਸਾ ਸਮਾਚਾਰ ਅਤੇ ਖਾਲਸਾ ਯੰਗ ਮੈਗਜ਼ੀਨ ਦੇ ਵਿੱਚ ਛਪੀਆਂ ਸੀ, ਠੀਕ ਹੈ।
ਇੱਥੇ ਇਹਨਾਂ ਦੀ ਸ਼ੁਰੂਆਤ ਹੋ ਰਹੀ ਹੈ। ਧੀਰੇ ਧੀਰੇ ਕਰਕੇ ਫਿਰ ਇਹ ਅੱਗੇ ਜਾਂਦੇ ਗਏ ਹੈ ਤੇ ਇਹਨਾਂ ਨੇ ਸਾਰੀ ਜ਼ਿੰਦਗੀ ਪੰਜਾਬੀ ਭਾਸ਼ਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤੀ ਤੇ ਪੰਜਾਬੀ ਭਾਸ਼ਾ ਦੀ ਸੇਵਾ ਕਰਦੇ ਕਰਦੇ ਇਹਨਾਂ ਨੇ ਕੀ ਕੀਤਾ ਜੀ, ਮਿਆਰੀ ਟਾਈਪ ਸੈੱਟ ਤਿਆਰ ਕੀਤੇ। ਅਸੀਂ ਹੁਣੇ ਕੀਤਾ ਸੀ ਕਿ ਧਨੀ ਰਾਮ ਚਾਤਰਿਕ ਜੋ ਹੈਗੇ ਆ ਇਹ ਟਾਈਪੋਗ੍ਰਾਫੀ ਸਿੱਖਣ ਦੇ ਲਈ ਬੰਬਈ ਗਏ ਸੀ, ਠੀਕ ਹੈ। ਤਾਂ ਫਿਰ ਉੱਥੋਂ ਆ ਕੇ ਇਹਨਾਂ ਨੇ ਮਿਆਰੀ ਟਾਈਪ ਸੈੱਟ ਨੂੰ ਤਿਆਰ ਕੀਤਾ ਤੇ ਐਦਾਂ ਕਰਨ ਵਾਲੇ ਇਹ ਪਹਿਲੇ ਵਿਅਕਤੀ ਸੀ। ਪਹਿਲੇ ਹੈ ਤਾਂ ਇੰਪੋਰਟੈਂਟ ਰਹਿਣਗੇ ਤੇ ਪੰਜਾਬੀ ਪ੍ਰਿੰਟਿੰਗ ਦੇ ਵਿੱਚ ਫਿਰ ਇਹਨਾਂ ਦਾ ਯੋਗਦਾਨ ਇੰਨਾ ਜ਼ਿਆਦਾ ਮੰਨਿਆ ਜਾਂਦਾ ਹੈ ਕਿ ਪੰਜਾਬੀ ਦੇ ਵਿੱਚ ਇੱਕ ਫੌਂਟ ਦਾ ਨਾਮ ਵੀ ਇਹਨਾਂ ਦੇ ਨਾਮ ਦੇ ਉੱਪਰ ਹੀ ਪਿਆ ਹੋਇਆ। ਜਦੋਂ ਤੁਸੀਂ ਗੂਗਲ ਕਰਕੇ ਦੇਖੋਗੇ ਨਾ ਧਨੀ ਰਾਮ ਚਾਤਰਿਕ ਫੌਂਟ, ਤਾਂ ਤੁਹਾਨੂੰ ਪੰਜਾਬੀ ਦਾ ਇੱਕ ਫੌਂਟ ਮਿਲ ਜਾਏਗਾ। ਓਕੇ, ਤਾਂ ਇਹ ਵੀ ਕਿਸ ਕਰਕੇ ਹੋਇਆ, ਕਿਉਂਕਿ ਇਹਨਾਂ ਨੇ ਪ੍ਰਿੰਟਿੰਗ ਦੇ ਵਿੱਚ ਸਪੈਸੀਫਿਕਲੀ ਪੰਜਾਬੀ ਦੀ ਪ੍ਰਿੰਟਿੰਗ 'ਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਸੀ, ਠੀਕ ਹੈ ਜੀ। ਫਿਰ 1924 ਦੇ ਵਿੱਚ ਇਹਨਾਂ ਨੇ ਕੀ ਕੀਤਾ, ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਸਟੈਂਡਰਡ ਫਾਊਂਡਰੀ ਨੂੰ ਖੋਜਿਆ। ਬਹੁਤ ਹੀ ਜ਼ਿਆਦਾ ਇੰਪੋਰਟੈਂਟ। ਤੁਸੀਂ ਸੋਚੋ, ਉਹ ਵਾਲਾ ਬੱਚਾ ਜੋ ਇੱਕ ਪਿੰਡ ਦੇ ਆਮ ਜੇ ਪਰਿਵਾਰ ਦੇ ਵਿੱਚ ਰਹਿੰਦਾ ਸੀਗਾ, ਜਿਹੜੀ 4 ਤੱਕ ਪੜ੍ਹਾਈ ਵੀ ਪੂਰੀ ਸ਼ਾਇਦ ਨਹੀਂ ਕਰ ਸਕਿਆ, ਸਿਰਫ ਇਸ ਲਈ ਕਿ ਉਹਦੀ ਮਾਲੀ ਹਾਲਤ ਠੀਕ ਨਹੀਂ ਹੈ। ਫਿਰ ਉਹਨੇ ਵਜ਼ੀਰ ਹਿੰਦ ਪ੍ਰੈਸ 'ਚ, ਕਿਸੇ ਦੀ ਪ੍ਰੈਸ ਵਿੱਚ ਨੌਕਰੀ ਕਰਨੀ ਸ਼ੁਰੂ ਕੀਤੀ ਤੇ ਆਪਣੇ ਦਮ ਦੇ ਉੱਪਰ ਉਹ ਇੰਨਾ ਅੱਗੇ ਗਿਆ ਕਿ ਸਟੈਂਡਰਡ ਫਾਊਂਡਰੀ ਨੂੰ ਉਸਨੇ ਖੋਜਿਆ ਤੇ ਆਪਣੀ ਖੁਦ ਦੀ ਪ੍ਰਿੰਟਿੰਗ ਪ੍ਰੈਸ ਸਟਾਰਟ ਕਰ ਦਿੱਤੀ। ਇਹਨਾਂ ਦੀ ਪ੍ਰਿੰਟਿੰਗ ਪ੍ਰੈਸ ਦਾ ਨਾਮ ਸੀ ਸੁਦਰਸ਼ਨ ਪ੍ਰੈਸ, ਠੀਕ ਹੈ। ਤੇ ਇਸ ਪ੍ਰੈਸ ਨੇ ਅੱਗੇ ਜਾ ਕੇ ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਅਹਿਮ ਯੋਗਦਾਨ ਪਾਇਆ। ਇੱਥੋਂ ਹੀ ਗੁਰੂ ਗ੍ਰੰਥ ਸਾਹਿਬ, ਫਿਰ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਤੇ ਨਾਲ ਹੀ ਭਾਈ ਕਾਹਨ ਸਿੰਘ ਦੇ ਮਹਾਨ ਕੋਸ਼ ਨੂੰ ਪ੍ਰਕਾਸ਼ਿਤ ਕੀਤਾ ਗਿਆ। ਭਾਈ ਕਾਹਨ ਸਿੰਘ ਵਾਲਾ ਕੁਐਸਚਨ ਬਹੁਤ ਜ਼ਿਆਦਾ ਵਾਰ ਪੁੱਛਿਆ ਜਾ ਚੁੱਕਿਆ ਹੈ, ਤਾਂ ਤੁਸੀਂ ਯਾਦ ਰੱਖਣਾ ਹੈ ਕਿ ਭਾਈ ਕਾਹਨ ਸਿੰਘ ਦੇ ਮਹਾਨ ਕੋਸ਼ ਨੂੰ ਧਨੀ ਰਾਮ ਚਾਤਰਿਕ ਦੇ ਸੁਦਰਸ਼ਨ ਪ੍ਰੈਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ, ਇਹਨਾਂ ਦੀ ਨਿਗਰਾਨੀ ਦੇ ਅੰਡਰ, ਠੀਕ ਹੈ। ਔਰ ਇਹ ਪੰਜਾਬੀ ਭਾਸ਼ਾ ਦੀ ਪਹਿਲੀ ਡਿਕਸ਼ਨਰੀ ਸੀ। ਓਕੇ, ਇਸ ਤੋਂ ਬਾਅਦ ਇੱਕ ਹੋਰ ਇੰਪੋਰਟੈਂਟ ਗੱਲ, ਅੰਮ੍ਰਿਤਾ ਪ੍ਰੀਤਮ ਜਦੋਂ ਜ਼ਿਆਦਾ ਕੱਚੀ ਉਮਰ ਦੇ ਸੀਗੇ, ਉਸ ਟਾਈਮ ਦੇ ਵਿੱਚ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਅੰਮ੍ਰਿਤ ਲਹਿਰਾ। ਇਸ ਨੂੰ ਵੀ ਸੁਦਰਸ਼ਨ ਪ੍ਰੈਸ ਦੇ ਵਿੱਚ ਹੀ ਧਨੀ ਰਾਮ ਚਾਤਰਿਕ ਨੇ ਜੋ ਹੈ ਇਹਨੂੰ ਪ੍ਰਕਾਸ਼ਿਤ ਕੀਤਾ ਸੀਗਾ। ਉਸ ਟਾਈਮ ਅੰਮ੍ਰਿਤ ਕੌਰ ਦੇ ਨਾਮ ਦੇ ਉੱਪਰ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ, ਠੀਕ ਹੈ ਜੀ। ਤੇ ਇਹਦੀ ਕਾਪੀ ਦੇਣ ਵਾਸਤੇ ਸਪੈਸ਼ਲ ਇਹ ਅੰਮ੍ਰਿਤਾ ਪ੍ਰੀਤਮ ਦੇ ਕੋਲੋਂ ਲਾਹੌਰ ਗਏ ਸੀ। ਉੱਥੇ ਅੰਮ੍ਰਿਤਾ ਪ੍ਰੀਤਮ ਉਹਨਾਂ ਦੇ ਪਿਤਾ ਜੀ ਨੂੰ ਇਹਨਾਂ ਨੇ ਇਸ ਬੁੱਕ ਦੀ ਇੱਕ ਕਾਪੀ ਵੀ ਦਿੱਤੀ, ਠੀਕ ਹੈ ਜੀ। ਇਸ ਤੋਂ ਜਸਟ 2 ਸਾਲ ਤੋਂ ਬਾਅਦ ਇਹਨਾਂ ਦੇ ਇੱਕ ਮਿੱਤਰ ਸੀ ਮੌਲਾ ਬਖਸ਼ ਕੁਸ਼ਤਾ, ਇਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਪੰਜਾਬੀ ਸਭਾ ਸਥਾਪਿਤ ਕੀਤੀ, ਠੀਕ ਹੈ। ਹੁਣ ਤੱਕ ਇਹ ਕਾਫੀ ਨਾਮਣਾ ਖੱਟ ਚੁੱਕੇ ਸੀਗੇ ਤੇ ਐਸੇ ਪੰਜਾਬੀ ਸਭਾ ਦੇ ਫਿਰ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ। ਓਕੇ, ਔਰ ਇਹ ਆਪਣੀ ਕਿਸਮ ਦੀ ਪਹਿਲੀ ਲਿਟਰੇਰੀ ਸੁਸਾਇਟੀ ਸੀਗੀ ਪੰਜਾਬੀ ਦੀ। ਉਸ ਤੋਂ ਬਾਅਦ ਫਿਰ ਧਨੀ ਰਾਮ ਚਾਤਰਿਕ ਵੱਲੋਂ ਅਸੀਂ ਦੇਖਿਆ ਕਿ ਜਦੋਂ ਇਹ ਵਜ਼ੀਰ ਹਿੰਦ ਪ੍ਰੈਸ 'ਚ ਕੰਮ ਕਰ ਰਹੇ ਸੀ ਤੇ ਇਹਨਾਂ ਨੇ ਖੁਦ ਲਿਖਣਾ ਜਦੋਂ ਸ਼ੁਰੂ ਕੀਤਾ, ਉਦੋਂ ਇਹਨਾਂ ਦੀਆਂ ਰਚਨਾਵਾਂ ਜੋ ਖਾਲਸਾ ਸਮਾਚਾਰ ਦੇ ਵਿੱਚ ਛਪਦੀਆਂ ਸੀ ਨਾ, ਉਦੋਂ ਇਹਨਾਂ ਦੇ ਨਾਮ ਦੇ ਪਿੱਛੇ ਫਿਰ ਧਨੀ ਰਾਮ ਚਾਤਰਿਕ ਨਹੀਂ ਲਗਾਇਆ ਜਾਂਦਾ ਸੀ। ਫਿਰ ਕਿਹੜਾ ਉਪਨਾਮ ਸੀ ਜਿਹੜਾ ਇਹ ਵਰਤਦੇ ਸੀ? ਇਹ ਹਰੀ ਧਨੀ ਦੇ ਉਪਨਾਮ ਦੇ ਨਾਲ ਆਪਣੀਆਂ ਕਵਿਤਾਵਾਂ ਨੂੰ ਜਾਂ ਆਪਣੀਆਂ ਰਚਨਾਵਾਂ ਨੂੰ ਛਾਪਦੇ ਸੀ। ਬਾਅਦ ਦੇ ਵਿੱਚ ਜਾ ਕੇ ਜਦੋਂ ਇਹਨਾਂ ਨੇ ਭਰਥਰੀ ਹਰੀ ਨਾਮ ਦੀ ਰਚਨਾ ਲਿਆਂਦੀ ਤਾਂ ਪਹਿਲੀ ਵਾਰ ਇਹਨਾਂ ਨੇ ਚਾਤਰਿਕ ਉਪਨਾਮ ਦੀ ਵਰਤੋਂ ਕੀਤੀ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਦੇਖਦੇ ਆ ਕਿ ਅਲੱਗ-ਅਲੱਗ ਕਵੀਆਂ ਨੇ, ਵਿਦਵਾਨਾਂ ਨੇ ਇਹਨਾਂ ਨੂੰ ਕੀ ਕਹਿ ਕੇ ਸਨਮਾਨਿਆ ਆ। ਤਾਂ ਰੂਸ ਦੇ ਇੱਕ ਵਿਦਵਾਨ ਨੇ ਆਈਗੋਰ ਸੇਰੇਬੇਰਿਆਕੋਵ, ਇਹਨਾਂ ਨੇ ਧਨੀ ਰਾਮ ਚਾਤਰਿਕ ਨੂੰ ਇਨਸਾਨੀਅਤ ਦਾ ਕਵੀ ਕਿਹਾ ਸੀ, ਠੀਕ ਹੈ। ਉਸ ਤੋਂ ਬਾਅਦ ਚਾਤਰਿਕ ਨੂੰ ਹੀ ਪੰਜਾਬੀ ਕਵਿਤਾ ਦੇ ਵਿੱਚ ਸੰਸਕ੍ਰਿਤ ਚੇਤਨਾ ਦਾ ਕਵੀ ਵੀ ਕਿਹਾ ਜਾਂਦਾ ਆ। ਔਰ ਡਾਕਟਰ ਸਤਿੰਦਰ ਸਿੰਘ ਨੂਰ ਦੇ ਅਕੋਰਡਿੰਗ ਉਹਨਾਂ ਨੇ ਬੋਲਿਆ ਕਿ ਜੇਕਰ ਵਾਰਿਸ ਸ਼ਾਹ ਤੋਂ ਬਾਅਦ ਅਸੀਂ ਕਿਸੇ ਨੂੰ ਲੋਕ ਕਵੀ ਕਹਿਣਾ ਚਾਹੁੰਦੇ ਆ ਨਾ, ਤਾਂ ਉਹ ਧਨੀ ਰਾਮ ਚਾਤਰਿਕ ਹੀ ਹੋਏਗਾ, ਠੀਕ ਹੈ। ਤਾਂ ਇਹ ਯਾਦ ਰੱਖਣਾ, ਸਤਿੰਦਰ ਸਿੰਘ ਨੂਰ ਨੇ ਇਹਨਾਂ ਨੂੰ ਲੋਕ ਕਵੀ ਕਿਹਾ ਸੀਗਾ, ਕਿਉਂਕਿ ਇਹ ਨਾ ਲੋਕਾਂ ਦੇ ਬਾਰੇ ਗੱਲ ਕਰਦੇ ਸੀਗੇ। ਇਹਨਾਂ ਦੀਆਂ ਜਿੰਨੀਆਂ ਵੀ ਤੁਸੀਂ ਲਿਖਤਾਂ ਦੇਖੋਗੇ ਇੰਨੀ ਸੌਖੀ ਤਰੀਕੇ ਨਾਲ ਸਮਝ ਆ ਜਾਂਦੀਆਂ। ਇਸ ਦਾ ਮਤਲਬ ਇਹਨਾਂ ਨੇ ਬਹੁਤ ਹੀ ਆਮ ਲੋਕਾਂ ਦੀ ਭਾਸ਼ਾ ਵਰਤੀ ਹੈ, ਠੇਠ ਪੰਜਾਬੀ ਵਰਤੀ ਹੈ, ਇਸ ਲਈ ਇਹਨਾਂ ਨੂੰ ਲੋਕ ਕਵੀ ਕਿਹਾ ਜਾਂਦਾ ਸੀ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੂੰ ਕਿਹਾ ਗਿਆ ਧਰਤੀ ਦਾ ਕਵੀ, ਕਿਉਂਕਿ ਇਹਨਾਂ ਨੇ ਆਪਣੀਆਂ ਕਵਿਤਾਵਾਂ ਵਿੱਚ, ਆਪਣੀਆਂ ਰਚਨਾਵਾਂ ਦੇ ਵਿੱਚ ਅਰਸ਼ਾਂ ਦੀ ਗੱਲ ਨਹੀਂ ਕੀਤੀ। ਇਹ ਅਸਮਾਨਾਂ ਵਿੱਚ ਨਹੀਂ ਉੱਡਦੇ ਸੀਗੇ, ਇਹ ਜ਼ਮੀਨ ਦੇ ਨਾਲ ਜੁੜੇ ਹੋਏ ਇਨਸਾਨ ਸੀ। ਇਹਨਾਂ ਨੇ ਫਰਸ਼ਾਂ ਦੀ ਗੱਲ ਕੀਤੀ, ਇਸ ਲਈ ਇਹਨਾਂ ਨੂੰ ਧਰਤੀ ਦਾ ਕਵੀ ਕਿਹਾ ਗਿਆ। 1988 ਦੇ ਵਿੱਚ ਸੁਰਿੰਦਰ ਸਿੰਘ ਨਰੂਲਾ ਨੇ ਚਾਤਰਿਕ ਨੂੰ ਸਮਰਪਿਤ ਕਰਕੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ। ਇਹਦੇ ਪਬਲਿਸ਼ਰ ਸੀ ਸਾਹਿਤ ਅਕਾਦਮੀ ਔਰ ਸਿਰਲੇਖ ਸੀ ਧਨੀ ਰਾਮ ਚਾਤਰਿਕ।
ਇਸ ਤੋਂ ਬਾਅਦ ਪਟਿਆਲਾ ਦੀ ਜੋ ਪੰਜਾਬੀ ਯੂਨੀਵਰਸਿਟੀ ਹੈ, ਇਹਨਾਂ ਨੇ ਚਾਤਰਿਕ ਦੇ ਨਾਮ ਦੇ ਉੱਪਰ ਇੱਕ ਸਾਲਾਨਾ ਡਾਇਰੀ ਨੂੰ ਵੀ ਸਮਰਪਿਤ ਕੀਤਾ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਪਹਿਲੇ ਇਹਨਾਂ ਦੇ ਵਿਦਵਾਨ ਬਣੇ ਜਿਨ੍ਹਾਂ ਨੂੰ 75ਵੀਂ ਵਰ੍ਹੇਗੰਢ ਦੇ ਉੱਪਰ ਅਭਿਨੰਦਨ ਗ੍ਰੰਥ ਸਮਰਪਿਤ ਕੀਤਾ ਗਿਆ ਸੀ। ਫਿਰ ਤੋਂ ਪਹਿਲੇ ਆ ਗਏ, ਜਿੱਥੇ ਜਿੱਥੇ ਵੀ ਪਹਿਲੇ ਆ ਰਹੇ ਨਾ, ਉਹ ਤਾਂ ਪ੍ਰਸ਼ਨ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਹਿਣ ਵਾਲੇ ਨੇ। ਅੱਗੇ ਦੇਖਦੇ ਹਾਂ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਆਮ ਲੋਕਾਂ ਦੇ ਨਾਲ ਸੰਬੰਧਿਤ ਜਿਹੜੇ ਵਿਸ਼ੇ ਹੈ ਉਹਨਾਂ ਦੇ ਬਾਰੇ ਵਿੱਚ ਲਿਖਿਆ। ਇਸ ਕਰਕੇ ਆਮ ਲੋਕ ਇਹਨਾਂ ਨੂੰ ਬੜਾ ਹਰਮਨ ਪਿਆਰਾ ਸਮਝਣ ਲੱਗ ਗਏ ਸੀ। ਓਕੇ, ਔਰ ਇਹ ਇਹਨਾਂ ਦੁਆਰਾ ਲਿਖੀਆਂ ਗਈਆਂ ਲਿਖਤਾਂ ਨੂੰ ਪੜ੍ਹਨ ਵਿੱਚ ਬੜਾ ਇੰਟਰਸਟ ਦਿਖਾਉਣ ਲੱਗ ਗਏ, ਤਾਂ ਇਹਨਾਂ ਨੂੰ ਬੋਲਿਆ ਗਿਆ ਆਧੁਨਿਕ ਲੋਕ ਕਵੀ। ਠੀਕ ਹੈ, ਯਾਨੀ ਕਿ ਲੋਕਾਂ ਦਾ ਕਵੀ ਜੋ ਆਧੁਨਿਕ ਰਚਨਾਵਾਂ ਕਰ ਰਿਹਾ। ਠੀਕ ਹੈ ਜੀ। ਉਸ ਤੋਂ ਬਾਅਦ ਚਾਤਰਿਕ ਜੋ ਹੈ, ਇਹਨਾਂ ਨੇ ਪਹਿਲਾਂ ਕਿੱਸੇ ਲਿਖੇ ਸੀ, ਬਾਅਦ ਚ ਕਵਿਤਾਵਾਂ ਵੀ ਲਿਖੀਆਂ। ਤਾਂ ਇਹਨਾਂ ਦੀਆਂ ਤੁਸੀਂ ਪੁਸਤਕਾਂ ਨੂੰ 2 ਪੜਾਵਾਂ ਦੇ ਵਿੱਚ, 2 ਫੇਜ਼ਿਸ ਦੇ ਵਿੱਚ ਵੰਡ ਸਕਦੇ ਹੋ। ਠੀਕ ਹੈ, ਪਹਿਲਾ ਫੇਜ਼ ਆਏਗਾ ਜਦੋਂ ਚੰਦਨਵਾੜੀ ਇਹਨਾਂ ਨੇ ਲਿਖੀ, ਔਰ ਇਹ 1931 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਿਤਾਬ ਹੈ ਇਹਨਾਂ ਦੀ। ਓਕੇ, ਇਸ ਤੋਂ ਪਹਿਲਾ ਵਾਲਾ ਪਹਿਲਾ ਫੇਜ਼ ਹੈ। 1931 ਤੋਂ ਬਾਅਦ ਵਾਲਾ ਇਹਨਾਂ ਦਾ ਦੂਸਰਾ ਫੇਜ਼ ਸੀ। ਪਹਿਲੇ ਫੇਜ਼ ਦੇ ਵਿੱਚ ਇਹਨਾਂ ਨੇ ਕਿੱਸਾ ਕਾਵ ਦੇ ਰੂਪ ਨੂੰ ਅਪਣਾਇਆ ਸੀਗਾ, ਤੇ ਬਾਅਦ ਦੇ ਵਿੱਚ ਜਦੋਂ ਤੱਕ ਇਹਨਾਂ ਦਾ ਦੂਸਰਾ ਫੇਜ਼ ਆਇਆ 1931 ਤੋਂ ਬਾਅਦ, ਉਦੋਂ ਤੱਕ ਇਹਨਾਂ ਦੀਆਂ ਰਚਨਾਵਾਂ ਧੀਰੇ ਧੀਰੇ ਕਰਕੇ ਕਵਿਤਾ ਦਾ ਰੂਪ ਧਾਰਨ ਕਰ ਗਈਆਂ ਸੀਗੀਆਂ। ਓਕੇ ਜੀ, ਠੀਕ ਹੈ। ਅੱਗੇ ਦੇਖੋ, ਫਿਰ ਚਾਤਰਿਕ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਕਿੱਦਾਂ ਦੇ ਵਿਸ਼ੇ ਛੋਹੇ ਹੈ? ਸਮਾਜਿਕ, ਧਾਰਮਿਕ, ਸਦਾਚਾਰਕ। ਇਸ ਦੇ ਨਾਲ ਨਾਲ ਕੁਦਰਤ ਦੀ ਸੁੰਦਰਤਾ ਦਾ ਵੀ ਵਰਣਨ ਬੜਾ ਦਿੱਤਾ ਆ। ਇਹਨਾਂ ਨੇ ਇਸਤਰੀ ਤੇ ਮਰਦ ਦੇ ਪਿਆਰ ਨੂੰ ਵੀ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ, ਔਰ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਸਾਨੂੰ ਕਿਤੇ ਕਿਤੇ ਸੂਫੀ ਪ੍ਰਭਾਵ ਵੀ ਦੇਖਣ ਨੂੰ ਮਿਲ ਜਾਂਦਾ ਹੈ। ਔਰ ਇਹ ਕਿਸ ਤਰ੍ਹਾਂ ਦੇ ਸ਼ਾਇਰ ਸੀਗੇ? ਇਹ ਸੀ ਯਥਾਰਥਵਾਦੀ ਸ਼ਾਇਰ। ਠੀਕ ਹੈ ਜੀ। ਅਗਰ ਤੁਹਾਡੇ ਕੋਲ ਆਉਂਦਾ ਆਸ਼ਾਵਾਦੀ, ਤਾਂ ਬਿਲਕੁਲ ਆਸ਼ਾਵਾਦੀ ਵੀ ਸੀਗੇ, ਪ੍ਰਗਤੀਵਾਦੀ ਤਾਂ ਪ੍ਰਗਤੀਵਾਦੀ ਵੀ ਸੀਗੇ, ਰਾਸ਼ਟਰਵਾਦੀ ਤਾਂ ਰਾਸ਼ਟਰਵਾਦੀ ਵੀ ਸੀਗੇ। ਦੇਖੋ, ਜਦੋਂ ਕੋਈ ਵੀ ਰਾਈਟਰ ਆਪਣੀਆਂ ਕਿਤਾਬਾਂ ਨੂੰ ਲਿਖਦਾ ਹੈ ਤਾਂ ਉਹ ਆਪਣੇ ਇਹਦੇ ਵਿੱਚ ਕਾਫੀ ਸਾਰੀਆਂ ਵਿਧਾਵਾਂ ਹੁੰਦੀਆਂ ਜਿਸ ਨੂੰ ਸ਼ਾਮਿਲ ਕਰਦਾ ਹੈ, ਤੇ ਜਿਸ ਵਿਧਾ ਦੇ ਵਿੱਚ ਸਭ ਤੋਂ ਜ਼ਿਆਦਾ ਲਿਖਿਆ ਜਾਂਦਾ ਹੈ ਉਹੀ ਉਸਦੇ ਨਾਮ ਦੇ ਨਾਲ ਪ੍ਰਸਿੱਧ ਹੋ ਜਾਂਦੀ ਹੈ। ਠੀਕ ਹੈ, ਤਾਂ ਇਸ ਲਈ ਇਹਨਾਂ ਨੂੰ ਯਥਾਰਥਵਾਦੀ ਸ਼ਾਇਰ ਬੋਲਿਆ ਜਾਂਦਾ ਹੈ। ਇਹਨਾਂ ਨੇ ਸਮਾਜ ਸੁਧਾਰ ਦੇ ਲਈ ਆਪਣੀਆਂ ਰਚਨਾਵਾਂ ਦੇ ਰਾਹੀਂ ਕਾਫੀ ਸਾਰੇ ਸੁਨੇਹੇ ਦਿੱਤੇ ਹੈ, ਔਰ ਇਹਨਾਂ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਬਹੁਤ ਸਾਰੇ ਛੰਦਾਂ ਦੀ ਵਰਤੋਂ ਕੀਤੀ। 3 ਛੰਦ ਮੇਨ ਨੇ ਜਿਨ੍ਹਾਂ ਦੀ ਇਹਨਾਂ ਨੇ ਵਰਤੋਂ ਕੀਤੀ, ਬੈਂਤ, ਕੋਰੜਾ ਔਰ ਦੋਹਰਾ। ਠੀਕ ਹੈ, ਤਾਂ ਇਹ ਤਿੰਨੋਂ ਛੰਦ ਤੁਸੀਂ ਯਾਦ ਰੱਖਣਾ। ਇਸ ਤੋਂ ਬਾਅਦ ਇੱਥੇ ਮੈਂ ਤੁਹਾਨੂੰ ਲਿਸਟ ਦਿੱਤੀ ਹੈ ਇਹਨਾਂ ਦੀਆਂ ਕੁਝ ਪ੍ਰਮੁੱਖ ਕਾਵ ਰਚਨਾਵਾਂ ਦੀ, ਹੈ ਨਾ। ਤਾਂ ਇਹ ਤੁਸੀਂ ਸਾਰੀਆਂ ਹੀ ਯਾਦ ਰੱਖਣੀਆਂ। ਇਹਨੂੰ ਯਾਦ ਰੱਖਣ ਦੇ ਲਈ ਇੱਕ ਟ੍ਰਿਕ ਹੈ, ਉਹ ਕਿਹੜੀ ਹੈ ਜੀ? ਇਹਨੂੰ ਪਹਿਲਾਂ ਤਾਂ ਤੁਸੀਂ ਯਾਦ ਰੱਖੋ, ਧਨੀ ਰਾਮ ਚਾਤਰਿਕ ਹੈ ਤਾਂ ਇਹ ਬੜਾ ਧਨੀ ਪਰਸਨ ਹੈ। ਓਕੇ, ਤਾਂ ਇੱਕ ਧਨੀ ਹੁੰਦੀ ਸੀ ਬਾਦਸ਼ਾਹ ਔਰ ਬੇਗਮ। ਬਾਦਸ਼ਾਹ ਬੇਗਮ ਤਾਂ ਵੈਸੇ ਬੜੇ ਪੈਸੇ ਵਾਲੇ ਹੁੰਦੇ ਆ, ਹੈ ਨਾ। ਤਾਂ ਧਨੀ ਨੂਰ ਜਹਾਂ ਬਾਦਸ਼ਾਹ ਬੇਗਮ ਸੀ, ਉਹਨਾਂ ਦਾ ਇੱਕ ਨੌਕਰ ਸੀ ਧਰਮਵੀਰ। ਓਕੇ, ਤਾਂ ਧਰਮਵੀਰ ਨੂੰ ਉਹਨਾਂ ਨੇ ਆਵਾਜ਼ ਲਗਾਈ ਔਰ ਆਪਦੇ ਸੂਫੀ ਖਾਨੇ ਵਿੱਚ ਬੁਲਾਇਆ। ਇੱਥੇ ਬੁਲਾ ਕੇ ਇਹਨਾਂ ਨੂੰ ਬੋਲਿਆ ਕਿ ਉਹ ਚੰਦਨਵਾੜੀ ਵਿੱਚ ਜਾਏ ਔਰ ਉੱਥੇ ਦੀ ਕੇਸਰ ਕਿਆਰੀ ਤੋਂ ਫੁੱਲਾਂ ਦੀ ਟੋਕਰੀ, ਇਹ ਵੀ ਇਹਨਾਂ ਦੀ ਹੈਗੀ ਹੈ ਇੱਕ ਰਚਨਾ ਜੋ ਅੱਗੇ ਆ ਜਾਏਗੀ। ਠੀਕ ਹੈ, ਓਕੇ, ਤਾਂ ਫੁੱਲਾਂ ਦੀ ਟੋਕਰੀ ਭਰ ਕੇ ਲਿਆਏਗਾ ਔਰ ਫਿਰ ਇਹਨੂੰ ਨਲ ਦਮਯੰਤੀ ਨੂੰ ਦੇ ਕੇ ਆਏ ਨਵਾਂ ਜਹਾਨ ਵਿੱਚ ਜਾ ਕੇ। ਠੀਕ ਹੈ ਜੀ, ਇੱਕ ਵਾਰੀ ਮੈਂ ਦੁਬਾਰਾ ਬੋਲਦੀ ਹਾਂ, ਤੁਹਾਨੂੰ ਸਮਝ ਆ ਜਾਏਗਾ। ਬੜੀ ਹੀ ਧਨੀ ਬਾਦਸ਼ਾਹ ਔਰ ਬੇਗਮ ਸੀਗੇ, ਉਹਨਾਂ ਨੇ ਆਪਣੇ ਨੌਕਰ ਧਰਮਵੀਰ ਨੂੰ ਬੁਲਾਇਆ ਤੇ ਕਿਹਾ ਕਿ ਬੁਲਾਇਆ ਕਿੱਥੇ? ਸੂਫੀ ਖਾਨੇ ਵਿੱਚ। ਸੂਫੀ ਖਾਨੇ 'ਚ ਬੁਲਾ ਕੇ ਕਿਹਾ ਕਿ ਉਹ ਚੰਦਨਵਾੜੀ ਦੇ ਵਿੱਚ ਕੇਸਰ ਕਿਆਰੀ ਵਿੱਚ ਜਾਏ ਔਰ ਉੱਥੋਂ ਦੀ ਫੁੱਲਾਂ ਦੀ ਟੋਕਰੀ ਨੂੰ ਭਰ ਕੇ ਲੈ ਕੇ ਆਏ ਔਰ ਉਹਨੂੰ ਨਲ ਤੇ ਦਮਯੰਤੀ ਨੂੰ ਨਵੇਂ ਜਹਾਨ ਵਿੱਚ ਦੇ ਕੇ ਆਏ। ਠੀਕ ਹੈ, ਤਾਂ ਇਸ ਤਰ੍ਹਾਂ ਤੁਸੀਂ ਇਹਨਾਂ ਦੀਆਂ ਸਾਰੀਆਂ ਮੇਨ ਜੋ ਰਚਨਾਵਾਂ ਉਹਨਾਂ ਨੂੰ ਯਾਦ ਰੱਖ ਸਕਦੇ ਹੋ। ਤੇ ਗ੍ਰੀਨ ਪੈਨ ਦੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਭਰਥਰੀ ਹਰੀ ਕਿੱਸਾ ਹੈ, ਨਲ ਦਮਯੰਤੀ ਇਹ ਵੀ ਕਿੱਸਾ ਹੈ, ਇੱਥੇ ਨਲ ਹੈ। ਠੀਕ ਹੈ, ਚੰਦਨਵਾੜੀ ਇਹ ਛੋਟੀਆਂ ਕਵਿਤਾਵਾਂ ਦਾ ਸੰਗ੍ਰਹਿ ਹੈਗਾ। ਸੂਫੀ ਖਾਨਾ ਦੇ ਵਿੱਚ ਰਹੱਸਵਾਦ ਦਾ ਗੱਲ ਕੀਤੀ ਗਈ ਹੈ, ਯਾਨੀ ਕਿ ਰਹੱਸਵਾਦ ਕਾਵ ਸੰਗ੍ਰਹਿ ਹੈਗਾ। ਓਕੇ ਜੀ, ਹਾਂਜੀ। ਇਸ ਤੋਂ ਬਾਅਦ ਇਹ ਹੈਗੀਆਂ ਇਹਨਾਂ ਦੀਆਂ ਪ੍ਰਮੁੱਖ ਕਵਿਤਾਵਾਂ। ਜਦੋਂ ਤੁਸੀਂ ਪਹਿਲੀ ਵਾਰੀ ਪੜ੍ਹੋ ਤਾਂ ਤੁਹਾਨੂੰ ਸ਼ਾਇਦ ਔਖਾ ਲੱਗੇ, ਤਾਂ ਅਸੀਂ ਐਦਾਂ ਕਰਦੇ ਹਾਂ, ਇਸ ਦੇ 2 ਪਾਰਟ ਕਰਦੇ ਹਾਂ। ਕਿਸ ਤਰ੍ਹਾਂ? ਪਹਿਲਾਂ ਤੁਸੀਂ ਲੈ ਕੇ ਚੱਲੋ ਧਨੀ ਰਾਮ ਚਾਤਰਿਕ ਜਦੋਂ ਜਵਾਨ ਹੈਗੇ ਨੇ, ਫਿਰ ਲੈ ਕੇ ਚੱਲੋ ਜਦੋਂ ਉਹਨਾਂ ਦੀ ਥੋੜੀ ਜਿਹੀ ਉਮਰ ਹੋ ਗਈ ਹੈ। ਓਕੇ, ਤਾਂ ਇੱਥੇ ਤੱਕ ਅਸੀਂ ਚੱਲਾਂਗੇ ਜਵਾਨ ਲੈ ਕੇ ਇਹਨਾਂ ਨੂੰ। ਓਕੇ, ਤਾਂ ਧਨੀ ਰਾਮ ਚਾਤਰਿਕ ਪੰਜਾਬ 'ਚ ਰਹਿੰਦੇ ਸੀ। ਜਦੋਂ ਭਾਈ ਵੀਰ ਸਿੰਘ ਨੂੰ ਇਹ ਪਹਿਲੀ ਵਾਰੀ ਮਿਲੇ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਪੰਜਾਬੀ ਲਿਖਣ ਦੀ ਚੇਟਕ ਪਈ ਸੀ ਨਾ, ਤਾਂ ਇਹਨਾਂ ਨੇ ਬੋਲਿਆ ਹੁਣ ਤਾਂ ਬੋਲੀ ਹੈ ਪੰਜਾਬੀ ਸਾਡੀ। ਤਾਂ ਫਿਰ ਇਹ ਭਾਈ ਵੀਰ ਸਿੰਘ ਔਰ ਧਨੀ ਰਾਮ ਚਾਤਰਿਕ ਚਲੇ ਗਏ ਵਿਸਾਖੀ ਦਾ ਮੇਲਾ ਦੇਖਣ,
ਬਸੰਤ ਦਾ ਮੇਲਾ ਦੇਖਣ, ਸੌਣ ਦਾ ਮੇਲਾ ਦੇਖਣ, ਸਾਰੇ ਮੇਲੇ ਦੇਖੇ। ਇਸ ਦਾ ਮਤਲਬ ਇਹ ਮੇਲੇ ਵਿੱਚ ਬਿਲਕੁਲ ਜੱਟ ਦੀ ਤਰ੍ਹਾਂ ਗਏ ਸੀ, ਠੀਕ ਹੈ। ਤੇ ਤੁਹਾਨੂੰ ਪਤਾ ਹੈ ਜਦੋਂ ਪਿੰਡਾਂ ਦੇ ਲੋਕਾਂ ਦੇ ਵਿੱਚ ਜਵਾਨੀ ਹੁੰਦੀ ਹੈ, ਉਹਨਾਂ ਨੂੰ ਮੇਲੇ ਜਾਣਾ ਬੜਾ ਚੰਗਾ ਲੱਗਦਾ ਹੈ ਨਾ। ਉਸ ਟਾਈਮ ਦੇ ਵਿੱਚ ਵੈਸੇ ਵੀ ਅੱਜ ਦੀ ਤਰ੍ਹਾਂ ਘਰਾਂ ਦੇ ਵਿੱਚ ਹੀ ਸਭ ਕੁਝ ਮੌਜੂਦ ਨਹੀਂ ਸੀ ਕਿ ਅਸੀਂ ਬੈਠੇ ਬੈਠੇ ਟੀਵੀ ਦੇਖ ਲਈਏ, ਮੋਬਾਈਲ ਦੇਖ ਲਈਏ, ਸੋਸ਼ਲ ਮੀਡੀਆ ਦੇਖ ਲਈਏ। ਉਹਨਾਂ ਲਈ ਤਾਂ ਮੇਲਾ ਹੀ ਸਭ ਕੁਝ ਸੀਗਾ। ਤਾਂ ਮੇਲੇ ਵਿੱਚ ਉਹ ਜੱਟ ਦੀ ਤਰ੍ਹਾਂ ਗਏ। ਜਾਂਦੇ ਕਿਉਂ ਸੀ? ਮੇਲੇ ਵਿੱਚ ਜਾਣ ਦੇ ਨਾਲ ਇਹਨਾਂ ਦਾ ਪੰਜਾਬੀ ਦਾ ਸੁਪਨਾ ਸੀਗਾ ਪੇਟ ਪੂਜਾ ਕਰਨਾ, ਹੈ ਨਾ। ਅੱਜ ਦੀ ਤਰ੍ਹਾਂ ਪੀਜ਼ਾ ਨਹੀਂ ਮੰਗਵਾ ਸਕਦੇ ਸੀ, ਰਾਈਟ। ਤਾਂ ਇੱਥੇ ਪੂਜਾ ਕਰਨ ਲਈ ਜਾਂਦੇ ਸੀ, ਪੇਟ ਪੂਜਾ। ਔਰ ਮੇਲੇ ਵਿੱਚ ਜਾਂਦਿਆਂ ਹੀ ਇਹਨਾਂ ਦੇ ਦਿਲੀ ਵਲਵਲੇ ਪੂਰੀ ਤਰ੍ਹਾਂ ਵਹਿੰਦੇ ਸੀ ਔਰ ਇਹ ਕਿੱਕਲੀ ਕਲੀ ਪਾਉਂਦੇ ਸੀ, ਓਕੇ। ਪਰ ਅਸਲ ਦੇ ਵਿੱਚ ਇਹ ਬਿਲਕੁਲ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸੀ, ਇਹ ਅਸੀਂ ਹੁਣੇ ਹੀ ਦੇਖਿਆ। ਤਾਂ ਫਿਰ ਇਸ ਲਈ ਇਹਨਾਂ ਨੇ, ਜਦੋਂ ਇਹਨਾਂ ਦੀ ਉਮਰ ਹੋ ਗਈ, ਫਿਰ ਇਹਨਾਂ ਨੇ ਗਰੀਬਾਂ ਦੇ ਗੁਰਪੁਰਬ ਦੇ ਵਿੱਚ ਜਾਣਾ ਸ਼ੁਰੂ ਕਰਤਾ। ਗੁਰਪੁਰਬ ਵਿੱਚ ਗਏ ਤਾਂ ਇਹਨਾਂ ਨੂੰ ਗਿਆਨ ਹੋਇਆ, ਇਹਨਾਂ ਨੂੰ ਜੀਵਨ ਦੀ ਜੋਤ ਦੀ ਸਮਝ ਆਈ, ਇਹਨਾਂ ਦੇ ਅੰਦਰ ਚਾਨਣ ਹੋ ਗਿਆ ਗੁਰੂ ਦੀ ਸਿੱਖਿਆ ਦੇ ਨਾਲ, ਠੀਕ ਹੈ। ਫਿਰ ਉੱਥੇ ਹੀ ਇਹਨਾਂ ਨੇ ਰਾਧਾ ਦਾ ਸੰਦੇਸ਼ ਸੁਣਿਆ, ਸੀਤਾ ਦਾ ਸੰਦੇਸ਼ ਸੁਣਿਆ ਔਰ ਇਹ ਭਗਵਾਨ ਦੇ ਨਾਲ ਜੁੜ ਗਏ। ਜਿਵੇਂ ਹੀ ਇਹ ਭਗਵਾਨ ਦੇ ਨਾਲ ਜੁੜੇ ਤਾਂ ਫਿਰ ਇਹਨਾਂ ਨੂੰ ਸੁਰਗ ਦੀ ਪ੍ਰਾਪਤੀ ਹੋ ਗਈ, ਠੀਕ ਹੈ, ਸੁਰਗੀ ਜੋੜੇ। ਇਸ ਤਰ੍ਹਾਂ ਦੋਨਾਂ ਦੇ ਨਾਲ ਤੁਸੀਂ ਇਹਨਾਂ ਦੀਆਂ ਕਵਿਤਾਵਾਂ ਨੂੰ ਯਾਦ ਰੱਖ ਸਕਦੇ ਹੋ। ਇਸ ਤੋਂ ਬਾਅਦ ਯਾਦ ਰੱਖਣਾ ਹੈ ਰਾਧਾ ਸੰਦੇਸ਼, ਸੀਤਾ ਸੰਦੇਸ਼ ਔਰ ਭਗਵਾਨ, ਇਹ ਤਿੰਨੋਂ ਹੀ ਰਹੱਸਵਾਦੀ ਪ੍ਰਮੁੱਖ ਕਵਿਤਾਵਾਂ ਹੈਗੀਆਂ। ਇਸ ਤੋਂ ਬਾਅਦ ਇਹਨਾਂ ਨੇ ਕੁਝ ਵਾਰਤਕ ਰਚਨਾਵਾਂ ਵੀ ਕੀਤੀਆਂ। ਇਸ ਦੇ ਬਾਰੇ ਇੱਕ ਮੈਂ ਤੁਹਾਨੂੰ ਫੁੱਲਾਂ ਦੀ ਟੋਕਰੀ ਪਿੱਛੇ ਇੱਕ ਟ੍ਰਿਕ ਦੇ ਵਿੱਚ ਦੱਸਿਆ ਵੀ ਹੈ, ਠੀਕ ਹੈ। ਤਾਂ ਇਹ ਹੈਗੇ ਸੀ ਦੋ ਉੱਤਮ ਜੀਵਨ, ਉਥੈਲੋ, ਫੁੱਲਾਂ ਦੀ ਟੋਕਰੀ, ਇਸਤਰੀ ਦੁਖਦਸ਼ੀ, ਰੂਪ ਦੀ ਦਾਦ, ਭਾਈ ਪ੍ਰਬੁੱਧ ਸਿੰਘ ਜੀ ਦੀ ਜੀਵਨ ਸੁਧਾਰ, ਰਮਈਆ ਸੇਠ, ਈਸਪਨੀਤੀ, ਪੰਚ ਪਰਮੇਸ਼ਰ। ਪੰਚ ਪਰਮੇਸ਼ਰ ਜੋ ਹੈ, ਇਸ ਦੇ ਵਿੱਚ ਜਿਹੜੀਆਂ ਵੀ ਰਚਨਾਵਾਂ ਲਿਖੀਆਂ ਗਈਆਂ ਉਹਨਾਂ ਨੂੰ ਟਰੈਕਟ ਦੇ ਵਿੱਚ ਪੇਸ਼ ਕੀਤਾ ਗਿਆ ਸੀ, ਠੀਕ ਹੈ। ਇਸੇ ਕਰਕੇ ਇਸ ਦੇ ਵਿੱਚ ਤੁਹਾਨੂੰ ਗਲਪ ਦੇ ਅੰਸ਼ ਵੀ ਦੇਖਣ ਨੂੰ ਮਿਲ ਜਾਣਗੇ, ਇੰਪੋਰਟੈਂਟ ਰਹੇਗਾ, ਯਾਦ ਰੱਖ ਲੈਣਾ, ਓਕੇ। ਇਸ ਤੋਂ ਬਾਅਦ ਕੁਝ ਐਦਾਂ ਦੀਆਂ ਵੀ ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਅਣਛਪੀਆਂ ਰਹਿ ਗਈਆਂ, ਹੈ ਨਾ। ਉਹਨਾਂ ਨੂੰ ਬਿਨਾਂ ਛਾਪੇ ਹੀ ਸ਼ਰਧਾਂਜਲੀ ਦੇ ਦਿੱਤੀ ਗਈ ਔਰ ਇੱਕ ਤਰ੍ਹਾਂ ਇਹਨਾਂ ਦੀ ਹੱਤਿਆ ਹੋ ਗਈ। ਇਹ ਸਿਰਫ ਯਾਦ ਕਰਵਾਉਣ ਲਈ ਹੈ, ਐਕਚੁਅਲ 'ਚ ਨਹੀਂ ਹੈ, ਠੀਕ ਹੈ। ਤਾਂ ਹੱਤਿਆ ਕਾਂਡ, ਸ਼ਰਧਾਂਜਲੀ, ਕਹਾਣੀ ਸੰਗ੍ਰਹਿ ਔਰ ਚਾਤਰਿਕ ਦੇ ਗੀਤ, ਇਹ ਸਾਰੀਆਂ ਹੀ ਜਿਹੜੀਆਂ ਰਚਨਾਵਾਂ ਇਹ ਇਹਨਾਂ ਦੀਆਂ ਅਣਛਪੀਆਂ ਰਹਿ ਗਈਆਂ ਸੀ। ਵੈਸੇ ਮੈਂ ਕਦੀ ਵੀ ਟ੍ਰਿਕ ਨਹੀਂ ਕਰਵਾਉਂਦੀ ਹੁੰਦੀ, ਪਰ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਲਿਟਰੇਚਰ ਦਾ ਪੇਪਰ ਹੈਗਾ ਆ, ਇਸ ਦੇ ਵਿੱਚ ਤੁਹਾਨੂੰ ਕਿੰਨੀਆਂ ਹੀ ਕਵਿਤਾਵਾਂ ਮਿਲਣੀਆਂ, ਕਿੰਨੀਆਂ ਹੀ ਕਹਾਣੀਆਂ, ਕਿੰਨੀਆਂ ਹੀ ਰਚਨਾਵਾਂ, ਸਾਰੀਆਂ ਤੁਸੀਂ ਯਾਦ ਨਹੀਂ ਰੱਖ ਸਕਦੇ। ਇਸ ਲਈ ਇੱਥੇ ਜਿੰਨਾ ਪੋਸੀਬਲ ਹੋ ਸਕੇਗਾ ਮੈਂ ਤੁਹਾਨੂੰ ਟ੍ਰਿਕਸ ਦੇ ਕੇ ਯਾਦ ਕਰਵਾਉਣ ਦੀ ਕੋਸ਼ਿਸ਼ ਕਰੂੰਗੀ, ਓਕੇ। ਹੁਣ ਇਸ ਤੋਂ ਬਾਅਦ ਅਸੀਂ ਇਹ ਸਾਰੇ ਜੋ ਅਸੀਂ ਹੁਣੇ ਕੀਤੀ ਹੈ ਥਿਊਰੀ, ਇਸੇ ਬੇਸ ਦੇ ਉੱਪਰ MCQs ਨੂੰ ਡਿਸਕਸ ਕਰਾਂਗੇ, ਰਾਈਟ। ਤੇ ਜਿੱਦਾਂ ਜਿੱਦਾਂ MCQs ਆਣਗੇ, ਮੈਨੂੰ ਪੂਰੀ ਉਮੀਦ ਹੈ ਤੁਸੀਂ ਧਿਆਨ ਨਾਲ ਸੁਣਦੇ ਹੋਏ ਔਰ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਪਹਿਲਾ ਆਨਸਰ ਕਰੋਗੇ। ਇਹ ਤੁਹਾਡਾ ਟੈਸਟ ਹੈ, ਠੀਕ ਹੈ। ਕਿਸੇ ਵੀ ਚੀਜ਼ ਨੂੰ ਪੜ੍ਹਨ ਦਾ ਤਰੀਕਾ ਸਹੀ ਇਹੀ ਹੁੰਦਾ ਹੈ, ਪਹਿਲਾਂ ਥਿਊਰੀ ਕੀਤੀ ਜਾਵੇ, ਉਸ ਤੋਂ ਬਾਅਦ ਨਾਲ ਦੀ ਨਾਲ ਹੀ ਹੁੰਦਾ MCQ ਦਾ ਇੱਕ ਟੈਸਟ ਸੀਰੀਜ਼ ਲੈ ਲਈ ਜਾਵੇ, ਓਕੇ। ਤਾਂ ਫਿਰ ਇਹ ਤੁਹਾਨੂੰ ਪਰਮਾਨੈਂਟ ਯਾਦ ਹੋ ਜਾਂਦੇ ਨੇ। ਤੇ ਕੁਝ ਇੱਕ ਕੁਐਸਚਨ ਐਦਾਂ ਦੇ ਵੀ ਹੋਣਗੇ ਜਿਹੜੇ ਅਸੀਂ ਥਿਊਰੀ ਪਾਰਟ ਦੇ ਵਿੱਚ ਕਵਰ ਨਹੀਂ ਕਰ ਪਾਏ, ਤੇ ਉਹਨਾਂ ਸਾਰਿਆਂ ਨੂੰ ਅਸੀਂ ਫਿਰ MCQs ਦੇ ਵਿੱਚ ਨਾਲ ਦੇ ਨਾਲ ਕਵਰ ਕਰ ਲਾਂਗੇ, ਓਕੇ। ਹਾਂਜੀ, ਤਾਂ ਇੱਥੇ ਹੈ ਪਹਿਲਾਂ ਧਨੀ ਰਾਮ ਚਾਤਰਿਕ ਦਾ ਜਨਮ ਕਦੋਂ ਹੋਇਆ? ਤਾਂ 4 ਅਕਤੂਬਰ 1876 ਨੂੰ ਇਹਨਾਂ ਦਾ ਜਨਮ ਹੋਇਆ ਸੀ। ਅੱਗੇ ਹੈ ਧਨੀ ਰਾਮ ਚਾਤਰਿਕ ਦਾ ਜਨਮ ਕਿੱਥੇ ਹੋਇਆ? ਮੈਂ ਤੁਹਾਨੂੰ ਕਿਹਾ ਸੀ ਇਹ ਜ਼ਿਆਦਾ ਇੰਪੋਰਟੈਂਟ ਹੈ, ਹਨਾ। ਤਾਂ ਇਹਨਾਂ ਦਾ ਜਨਮ ਪਾਕਿਸਤਾਨ ਦੇ ਪਸੀਆਂਵਾਲਾ ਸ਼ੇਖੂਪੁਰਾ ਦੇ ਵਿੱਚ ਹੋਇਆ ਸੀ। ਸ਼ੇਖੂਪੁਰਾ ਡਿਸਟ੍ਰਿਕਟ ਹੈ ਔਰ ਪਸੀਆਂਵਾਲਾ ਇਹਦਾ ਪਿੰਡ ਦਾ ਨਾਮ ਹੈ, ਓਕੇ ਜੀ। ਔਰ ਇੱਕ ਚੀਜ਼ ਤੁਹਾਨੂੰ ਇੱਥੇ ਮੈਂ ਹੋਰ ਦੱਸ ਦਿਆਂ, ਉਹ ਕੀ ਜੀ? ਇਹ ਉਹੀ ਵਾਲਾ ਪਿੰਡ ਹੈ ਪਸੀਆਂਵਾਲਾ ਜਿੱਥੇ ਇਹਨਾਂ ਤੋਂ ਪਹਿਲਾਂ 100 ਸਾਲ ਪਹਿਲਾਂ ਪੰਜਾਬੀ ਦੇ ਬੜੇ ਹੀ ਪ੍ਰਸਿੱਧ ਕਵੀ ਇਮਾਮ ਬਖਸ਼ ਦਾ ਵੀ ਜਨਮ ਹੋਇਆ ਸੀ, ਠੀਕ ਹੈ। ਤਾਂ ਇਹ ਵੀ ਤੁਸੀਂ ਨਾਲ ਹੀ ਯਾਦ ਰੱਖ ਸਕਦੇ ਹੋ। ਤੇ ਬਾਅਦ ਦੇ ਵਿੱਚ ਫਿਰ ਆਪਣੇ ਪਰਿਵਾਰ ਦੇ ਨਾਲ ਇਸ ਪਿੰਡ ਤੋਂ ਸ਼ਿਫਟ ਕਰ ਗਏ ਸੀ। ਧਨੀ ਰਾਮ ਚਾਤਰਿਕ ਦੇ ਪਿਤਾ ਜੀ ਦਾ ਕੀ ਨਾਮ ਸੀਗਾ? ਤਾਂ ਇਹਨਾਂ ਦਾ ਨਾਮ ਹੈਗਾ ਪੋਹੂਮਲ, ਹੈ ਨਾ। ਔਰ ਇਹਨਾਂ ਦੇ ਪਿਤਾ ਜੀ ਨੇ ਹੀ ਇਹਨਾਂ ਨੂੰ ਗੁਰਮੁਖੀ ਔਰ ਉਰਦੂ ਭਾਸ਼ਾਵਾਂ ਦੀ ਜਾਣਕਾਰੀ ਦਿੱਤੀ ਸੀ। ਐਦਾਂ ਕਰੋ, ਜਿਵੇਂ ਮੈਂ ਕੁਐਸਚਨ ਬੋਲਦੀ ਹਾਂ ਉਸ ਤੋਂ ਬਾਅਦ ਵੀਡੀਓ ਨੂੰ ਪੌਜ਼ ਕਰੋ, ਪਹਿਲਾਂ ਆਨਸਰ ਲਿਖੋ, ਉਸ ਤੋਂ ਬਾਅਦ ਦੇਖੋ ਕਿ ਤੁਹਾਡਾ ਆਨਸਰ ਠੀਕ ਹੈ ਜਾਂ ਨਹੀਂ, ਓਕੇ। ਧਨੀ ਰਾਮ ਚਾਤਰਿਕ ਨੇ ਆਪਣੀ ਮੁੱਢਲੀ ਪੜ੍ਹਾਈ ਕਿੱਥੇ ਕੀਤੀ? ਤਾਂ ਅਸੀਂ ਕੀਤਾ ਸੀ, ਇਹਨਾਂ ਦੇ ਪਿਤਾ ਜੀ ਜਦੋਂ ਅੰਮ੍ਰਿਤਸਰ ਦੇ ਵਿੱਚ ਆ ਗਏ ਸੀ, ਹੈ ਨਾ। ਤਾਂ ਫਿਰ ਉਦੋਂ ਫਿਰ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਪੜ੍ਹਾਈ ਕੀਤੀ ਸੀ, ਓਕੇ। ਕਿਹੜੀ ਜਮਾਤ ਤੱਕ ਇਹਨਾਂ ਨੇ ਪੜ੍ਹਾਈ ਕੀਤੀ ਹੈ? ਤਾਂ ਇਹਨਾਂ ਨੇ 4ਥੀ ਜਮਾਤ ਤੱਕ ਦੀ ਪੜ੍ਹਾਈ ਕੀਤੀ ਸੀ। ਅਗਰ ਉੱਥੇ ਪ੍ਰਾਇਮਰੀ ਸਿੱਖਿਆ ਆਉਂਦਾ ਹੈ ਤਾਂ ਤੁਸੀਂ ਪ੍ਰਾਇਮਰੀ ਲਗਾਓਗੇ, ਪਹਿਲੀ ਤੋਂ 5ਵੀਂ ਤੱਕ ਪ੍ਰਾਇਮਰੀ ਹੀ ਹੁੰਦੀ ਹੈ। ਜੇ ਜਮਾਤ ਆਏ ਪਾਰਟਿਕੂਲਰ ਤਾਂ 4 ਆਨਸਰ ਆਏਗਾ, ਓਕੇ। ਹਾਂਜੀ, ਪੰਜਾਬੀ ਦੇ ਕਿਸ ਕਵੀ ਨੂੰ ਧਰਤੀ ਦਾ ਕਵੀ ਕਿਹਾ ਜਾਂਦਾ ਹੈ? ਤਾਂ ਅਸੀਂ ਹੁਣੇ ਕੀਤਾ ਕਿ ਜੋ ਧਨੀ ਰਾਮ ਚਾਤਰਿਕ ਹੈ, ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਅਰਸ਼ਾਂ ਦੀ ਗੱਲ ਨਹੀਂ ਹੁੰਦੀ ਬਲਕਿ ਫਰਸ਼ਾਂ ਦੀ ਗੱਲ ਹੁੰਦੀ ਹੈ, ਯਾਨੀ ਜ਼ਮੀਨ ਦੀ ਗੱਲ ਹੁੰਦੀ ਹੈ।
इस करके इन्हां नूं धरती दा कवि कहा जांदा है। अगे है त्रै मावां। त्रै मावां इन्हां दी एक कविता है, इस दे विच किस दा जिक्र नहीं है, ठीक है, भारत माँ दा, धरती माँ दा, लक्ष्मी दा या फिर माँ बोली दा। ਤਾਂ ਇਸ ਦਾ ਆਨਸਰ ਹੈ ਭਾਰਤ ਮਾਂ ਦਾ ਜ਼ਿਕਰ ਇਹਨਾਂ ਦੀ ਤਰੇ ਮਾਵਾਂ ਦੇ ਵਿੱਚ ਨਹੀਂ ਮਿਲਦਾ, ਯਾਦ ਰੱਖਣਾ। ਓਕੇ, ਇਸ ਤੋਂ ਬਾਅਦ ਹੈ ਧਨੀ ਰਾਮ ਚਾਤਰਿਕ ਨੇ ਕਿਸ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਨੌਕਰੀ ਕੀਤੀ। ਨੌਕਰੀ ਆਏਗੀ ਤਾਂ ਅਲੱਗ ਪ੍ਰਸ਼ਨ ਬਣੇਗਾ। ਅਗਰ ਆ ਜਾਏਗਾ ਕਿ ਧਨੀ ਰਾਮ ਚਾਤਰਿਕ ਨੇ ਕਿਹੜੀ ਪ੍ਰੈਸ ਸ਼ੁਰੂ ਕੀਤੀ, ਫਿਰ ਉਸ ਦਾ ਆਨਸਰ ਅਲੱਗ ਹੋਏਗਾ, ਠੀਕ ਹੈ। ਤਾਂ ਇਹਨਾਂ ਨੇ ਭਾਈ ਵੀਰ ਸਿੰਘ ਦੀ ਵਜ਼ੀਰ ਹਿੰਦ ਦੇ ਵਿੱਚ ਨੌਕਰੀ ਕੀਤੀ ਸੀ, ਠੀਕ ਹੈ। ਕਿੰਨੇ ਸਾਲ ਦੀ ਉਮਰ ਦੇ ਵਿੱਚ? ਵੈਰੀ ਗੁੱਡ, 17 ਸਾਲ ਦੀ ਉਮਰ ਵਿੱਚ। ਕਿੰਨੇ ਸਾਲ ਦੇ ਲਈ ਨੌਕਰੀ ਕੀਤੀ? 18 ਸਾਲ ਦੇ ਲਈ, ਠੀਕ ਹੈ। ਅੱਗੇ ਧਨੀ ਰਾਮ ਚਾਤਰਿਕ ਦੇ ਕਿੰਨੇ ਬੇਟੇ ਸਨ? ਤਾਂ ਦੇਖੋ ਧਨੀ ਰਾਮ ਚਾਤਰਿਕ ਦੇ ਨਾ 4 ਬੇਟੇ ਸੀ, ਠੀਕ ਹੈ। ਮੈਂ ਇਹਨਾਂ ਸਾਰਿਆਂ ਦੇ ਨਾਮ ਤੁਹਾਨੂੰ ਇੱਥੇ ਲਿਖ ਦਿੰਨੀ ਆ, ਓਕੇ। ਤਾਂ ਤੁਸੀਂ ਸਾਰੇ ਯਾਦ ਰੱਖ ਲੈਣਾ। ਪਹਿਲੇ ਨੰਬਰ ਦੇ ਉੱਪਰ ਆਣਗੇ ਬਲਵੰਤ ਰਾਏ, ਓਕੇ। ਉਸ ਤੋਂ ਬਾਅਦ ਹੈਗੇ ਹੈ ਜਸਵੰਤ ਰਾਏ। ਬਲਵੰਤ ਜਸਵੰਤ ਵੈਸੇ ਵੀ ਨਾਮ ਬੜੇ ਮਿਲਦੇ ਨੇ, ਹੈਨਾ, ਇਹ ਹੈਗੇ ਨੇ ਪੰਜਾਬੀਆਂ ਵਰਗੇ ਨਾਮ ਲੱਗਦੇ ਆ। ਅਗਲੇ 2 ਨਾਮ ਤੁਹਾਨੂੰ ਬਿਲਕੁਲ ਸੰਸਕ੍ਰਿਤ ਵਰਗੇ ਲੱਗਣਗੇ। ਪਹਿਲਾ ਹੈਗਾ ਬ੍ਰਿਜ ਮੋਹਨ, ਦੂਸਰਾ ਹੈ ਪ੍ਰੇਮ ਕੁਮਾਰ, ਓਕੇ। ਤਾਂ ਇਸ ਤਰ੍ਹਾਂ ਤੁਸੀਂ ਇਹਨਾਂ ਚਾਰਾਂ ਦੇ ਨਾਮ ਯਾਦ ਰੱਖ ਸਕਦੇ ਹੋ। ਅੱਗੇ ਹੈ ਜੀ ਧਨੀ ਰਾਮ ਚਾਤਰਿਕ ਨੇ ਆਪਣੀ ਕਾਵ ਸਿਰਜਣਾ ਦੀ ਸ਼ੁਰੂਆਤ ਕਿਸ ਤੋਂ ਕੀਤੀ? ਨੋ ਡਾਊਟ ਇਹਨਾਂ ਨੇ ਕਿੱਸੇ ਲਿਖਣੇ ਸ਼ੁਰੂ ਕੀਤੇ ਸੀ ਪਹਿਲਾਂ, ਹੈਨਾ, ਪਰ ਇਹਨਾਂ ਕਿੱਸਿਆਂ ਦੇ ਵਿੱਚ ਇਹਨਾਂ ਨੇ ਧਾਰਮਿਕ ਪ੍ਰਸੰਗਾਂ ਨੂੰ ਵੀ ਦਿਖਾਇਆ ਸੀਗਾ। ਤਾਂ ਇਸ ਲਈ ਤੁਸੀਂ ਯਾਦ ਰੱਖਣਾ ਹੈ ਕਿ ਇਹਨਾਂ ਨੇ ਆਪਣੀ ਕਾਵ ਸਿਰਜਣਾ ਦੀ ਸ਼ੁਰੂਆਤ ਜੋ ਹੈ ਉਹ ਦੋਹਾਂ ਤੋਂ ਕੀਤੀ, ਪੌਰਾਣਿਕ ਕਿੱਸਿਆਂ ਤੋਂ ਵੀ ਤੇ ਧਾਰਮਿਕ ਪ੍ਰਸੰਗਾਂ ਤੋਂ ਵੀ। ਫੁੱਲਾਂ ਦੀ ਟੋਕਰੀ ਪੁਸਤਕ ਵਿੱਚ ਕਿਸ ਵਿਧਾ ਨੂੰ ਸੰਮਿਲਿਤ ਕੀਤਾ ਗਿਆ ਹੈ? ਤਾਂ ਕਿਹੜੀ ਵਿਧਾ ਹੈ? ਵਾਰਤਕ ਸੰਗ੍ਰਹਿ ਹੈ, ਕਵਿਤਾ ਹੈ, ਗੀਤ ਹੈ ਜਾਂ ਗਜ਼ਲ ਹੈ? ਤਾਂ ਅਸੀਂ ਬਿਲਕੁਲ ਸ਼ੁਰੂਆਤ ਦੇ ਵਿੱਚ ਹੀ ਕੀਤਾ ਕਿ ਫੁੱਲਾਂ ਦੀ ਟੋਕਰੀ ਇਹਨਾਂ ਦਾ ਇੱਕ ਵਾਰਤਕ ਸੰਗ੍ਰਹਿ ਰਹੇਗਾ। ਅੱਗੇ ਧਨੀ ਰਾਮ ਚਾਤਰਿਕ ਨੇ ਕਿਸ ਸਭਾ ਦੀ ਪ੍ਰਧਾਨਗੀ ਕੀਤੀ? ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ 1926 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਸਭਾ ਬਣਾਈ ਗਈ ਸੀ, ਪੰਜਾਬੀ ਸਭਾ, ਹੈ ਨਾ, ਔਰ ਉਸੇ ਦੇ ਵਿੱਚ ਹੀ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ। ਅੱਗੇ ਹੈ ਧਨੀ ਰਾਮ ਚਾਤਰਿਕ ਨੇ ਕਿਸ ਰਚਨਾ ਵਿੱਚ ਪਹਿਲੀ ਵਾਰ ਚਾਤਰਿਕ ਨਾਮ ਦੀ ਵਰਤੋਂ ਕੀਤੀ? ਤਾਂ ਅਸੀਂ ਪਹਿਲਾਂ ਹੀ ਕੀਤਾ ਕਿ ਸ਼ੁਰੂ ਵਿੱਚ ਇਹਨਾਂ ਦੇ ਨਾਮ ਦੇ ਨਾਲ ਚਾਤਰਿਕ ਨਹੀਂ ਲੱਗਦਾ ਸੀਗਾ ਤੇ ਭਰਥਰੀ ਹਰੀ ਦੇ ਨਾਲ ਇਹਨਾਂ ਨੇ ਫਿਰ ਚਾਤਰਿਕ ਉਪਨਾਮ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਧਨੀ ਰਾਮ ਚਾਤਰਿਕ ਨੂੰ ਇਹਨਾਂ ਦੇ ਵਿੱਚੋਂ ਕੀ ਕਿਹਾ ਜਾਂਦਾ ਹੈ? ਤਾਂ ਦੇਖੋ ਇਹਨਾਂ ਨੂੰ ਬੋਲਿਆ ਜਾਂਦਾ ਹੈਗਾ ਕਾਵ ਦਰਬਾਰਾਂ ਦਾ ਬਾਦਸ਼ਾਹ, ਓਕੇ। ਤਾਂ ਇਹ ਬਾਦਸ਼ਾਹ ਹੈ, ਇਹਨੂੰ ਯਾਦ ਰੱਖ ਲੈਣਾ, ਠੀਕ ਹੈ ਜੀ। ਅੱਗੇ ਧਨੀ ਰਾਮ ਚਾਤਰਿਕ ਨੇ ਚਾਤਰਿਕ ਉਪਨਾਮ ਤੋਂ ਪਹਿਲਾਂ ਕਿਸ ਉਪਨਾਮ ਦੇ ਨਾਲ ਆਪਣੀਆਂ ਕਵਿਤਾਵਾਂ ਛਾਪੀਆਂ? ਤਾਂ ਵਜ਼ੀਰ ਹਿੰਦ ਪ੍ਰੈਸ ਦੇ ਵਿੱਚ ਜਦੋਂ ਇਹ ਕੰਮ ਕਰਦੇ ਸੀ ਉਸ ਟਾਈਮ ਤੇ ਹਰ ਧਨੀ ਨਾਮ ਤੋਂ ਇਹਨਾਂ ਦਾ ਉਪਨਾਮ ਯੂਜ਼ ਕੀਤਾ ਜਾਂਦਾ ਸੀ ਕਵਿਤਾਵਾਂ ਛਾਪਣ ਵਿੱਚ। ਅੱਗੇ ਹੈ ਧਨੀ ਰਾਮ ਚਾਤਰਿਕ ਦੀ ਆਧੁਨਿਕ ਪ੍ਰਸੰਗ ਦੇ ਵਿੱਚ ਪ੍ਰਕਾਸ਼ਿਤ ਹੋਈ ਪਹਿਲੀ ਰਚਨਾ ਕਿਹੜੀ ਹੈ? ਤਾਂ ਪਹਿਲੀ ਰਚਨਾ ਹੋਏਗੀ ਇਹਨਾਂ ਦੀ ਚੰਦਨਵਾੜੀ, ਕਿਉਂਕਿ ਅਸੀਂ ਕੀਤਾ ਸੀ ਕਿ ਇਸੇ ਟਾਈਮ ਦੇ ਵਿੱਚ ਇਹਨਾਂ ਦਾ ਅੱਗੇ ਜਾ ਕੇ ਕਵਿਤਾਵਾਂ ਸ਼ੁਰੂ ਹੋ ਗਿਆ ਸੀ। ਇਹ ਬਿਲਕੁਲ ਵਿਚਕਾਰ ਵਾਲਾ ਪੜਾਇਆ, ਠੀਕ ਹੈ। ਤਾਂ ਆਧੁਨਿਕ ਪ੍ਰਸੰਗ ਇਹਨਾਂ ਨੇ ਚੰਦਨਵਾੜੀ ਦੇ ਵਿੱਚ ਹੀ ਸਟਾਰਟ ਕੀਤਾ ਸੀਗਾ, ਓਕੇ। ਆਲਰਾਈਟ, ਇਸ ਤੋਂ ਬਾਅਦ ਜਿਹੜੇ 2-3 ਹੋਰ ਹੈਗੇ ਆ ਆਪਸ਼ਨਸ, ਅਸੀਂ ਉਹਨਾਂ ਨੂੰ ਵੀ ਦੇਖ ਲੈਂਦੇ ਆ, ਠੀਕ ਹੈ। ਤਾਂ ਦੇਖੋ ਇੱਥੇ ਅਸੀਂ ਦੇਖਿਆ ਕੇਸਰ ਕਿਆਰੀ। ਕੇਸਰ ਕਿਆਰੀ 1940 ਦੇ ਵਿੱਚ ਆਈ ਸੀ, ਨਵ ਜੀਵਨ 1942 ਵਿੱਚ ਆਈ ਸੀ ਔਰ ਨੂਰ ਜਹਾਂ ਬਾਦਸ਼ਾਹ ਬੇਗਮ ਇਹ 1944 ਦੇ ਵਿੱਚ ਛਾਪੀ ਗਈ ਸੀ, ਓਕੇ। ਧਨੀ ਰਾਮ ਚਾਤਰਿਕ ਨੇ ਕਿਸ ਕਵਿਤਾ ਵਿੱਚ ਬੇਈ ਨਦੀ ਵਿੱਚ ਆਏ ਹੜ੍ਹ ਦਾ ਜ਼ਿਕਰ ਕੀਤਾ ਹੈ? ਤਾਂ ਬੇਈ ਨਦੀ, ਬੇਈ ਹੋ ਗਈ ਬੇਈਮਾਨ, ਠੀਕ ਹੈ। ਇਸ ਦੇ ਨਾਮ ਤੋਂ ਹੀ ਤੁਸੀਂ ਸਮਝ ਪਾਓ ਕਿ ਬੇਈ ਹੋ ਗਈ ਬੇਈਮਾਨ ਦੇ ਵਿੱਚ ਹੜ੍ਹ ਦਾ ਜ਼ਿਕਰ ਕੀਤਾ ਗਿਆ। 1947 ਦੇ ਵਿੱਚ ਬੇਈ ਨਦੀ ਦੇ ਵਿੱਚ ਬਹੁਤ ਭਿਅੰਕਰ ਹੜ੍ਹ ਆਏ ਸੀ, ਹਜ਼ਾਰਾਂ ਲੋਕ ਇਸ ਦੇ ਵਿੱਚ ਰੁੜ ਗਏ ਸੀ ਤੇ ਬਹੁਤ ਹੀ ਜ਼ਿਆਦਾ ਜਾਨ ਤੇ ਮਾਲ ਦਾ ਨੁਕਸਾਨ ਹੋਇਆ ਸੀ। ਇਸੇ ਸਾਰੀ ਘਟਨਾ ਦੇ ਬਾਰੇ ਵਿੱਚ ਇਹਨਾਂ ਨੇ ਬੇਈ ਹੋ ਗਈ ਬੇਈਮਾਨ ਦੇ ਵਿੱਚ ਜ਼ਿਕਰ ਕੀਤਾ ਹੈ। ਅੱਗੇ ਹੈ ਹੇਠਾਂ ਦਿੱਤੀ ਕਿਸ ਕਵਿਤਾ ਵਿੱਚ ਭ੍ਰਿਸ਼ਟਾਚਾਰ ਦੀ ਸਮੱਸਿਆ ਨੂੰ ਦਰਸਾਇਆ ਗਿਆ ਹੈ? ਤਾਂ ਇਹ ਹੋ ਜਾਏਗੀ ਕਿੱਕਲੀ ਕਲੀਰ ਦੀ, ਓਕੇ ਜੀ। ਅੱਗੇ ਧਨੀ ਰਾਮ ਚਾਤਰਿਕ ਨੇ ਕਿਸ ਕਵਿਤਾ ਵਿੱਚ ਦੇਸ਼ ਦੀ ਵੰਡ ਸਮੇਂ ਹੋਏ ਖੂਨੀ ਸਾਕਿਆਂ ਦਾ ਜ਼ਿਕਰ ਕੀਤਾ ਹੈ? ਤਾਂ ਜਦੋਂ ਇੰਡੀਆ ਤੇ ਪਾਕਿਸਤਾਨ ਦੋ ਪਾਸੇ ਬਣੇ ਸੀ ਉਸ ਟਾਈਮ ਤੇ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਖੂਨ ਖਰਾਬਾ ਹੋਇਆ ਸੀ, ਹੈ ਨਾ। ਤੇ ਇਸ ਦਾ ਜ਼ਿਕਰ ਇਹਨਾਂ ਨੇ ਭਗਵਾਨ ਨਾਮ ਦੀ ਕਵਿਤਾ ਦੇ ਵਿੱਚ ਕੀਤਾ ਹੈਗਾ ਆ ਔਰ ਇਸ ਦੇ ਵਿੱਚ ਇਹਨਾਂ ਨੇ ਕਿੰਨਾਂ ਨੂੰ ਬੁਲਾਇਆ? ਤਾਂ ਇਹਨੂੰ ਵੀ ਯਾਦ ਰੱਖ ਲੈਣਾ ਕਿ ਭਗਵਾਨ ਕ੍ਰਿਸ਼ਨ ਨੂੰ ਇਹਨਾਂ ਨੇ ਪੁਕਾਰਿਆ ਔਰ ਦੇਸ਼ ਦੀ ਲਾਜ ਰੱਖਣ ਵਾਸਤੇ ਇਹਨਾਂ ਨੂੰ ਵੰਗਾਰ ਪਾਈ ਸੀ, ਓਕੇ। ਚੰਦਨਵਾੜੀ ਦਾ ਮੁੱਖ ਬੰਦ ਕਿਸ ਨੇ ਲਿਖਿਆ? ਤਾਂ ਚੰਦਨਵਾੜੀ ਦਾ ਮੁੱਖ ਬੰਦ ਭਾਈ ਵੀਰ ਸਿੰਘ ਜੀ ਵੱਲੋਂ ਲਿਖਿਆ ਗਿਆ। ਚੰਦਨਵਾੜੀ ਦੇ ਨਾਲ ਰਿਲੇਟਡ ਜਿੰਨੇ ਵੀ ਕੁਐਸਚਨ ਆਣ ਅੱਛੀ ਤਰ੍ਹਾਂ ਸਮਝਣਾ ਕਿਉਂਕਿ ਇਹ ਵਾਲਾ ਬਹੁਤ ਜ਼ਿਆਦਾ ਇੰਪੋਰਟੈਂਟ ਰਹੂਗਾ, ਠੀਕ ਹੈ। ਤਾਂ ਦੇਖੋ ਚੰਦਨਵਾੜੀ ਦੀ ਮੁੱਖ ਬੰਦ ਦੀ ਔਰ ਭੂਮਿਕਾ ਦੀ
दो क्वेश्चन बनते हैं। मुखबंद पूछा जाए तो भाई वीर सिंह है, और अगर भूमिका पूछी जाए तो भाई काहन सिंह नाभा ने इहनूं लिखिया सी। ओके, चंदनवाड़ी काव्य संग्रह कवितावां नूं किन्ने भागां दे विच वर्गीकृत किया गया? इस नूं ना टोटल 10 भागां विच दस्सिया गया। ठीक है, तो जिहड़ी मैं तुहानूं एक्सट्रा इन्फॉर्मेशन हुण दूंगी ये तुसीं अच्छी तरह याद रख लेना। ओके, जिहड़ा पहला भाग है, पहले भाग का सिरलेख रखा गया प्रार्थना। ओके, प्रार्थना, और इनू तुसीं कह सकते हो कि मंगलाचरण की तरह इनू लिया गया, और ये टोटल 4 कवितावां नू शामिल किया गया प्रार्थना दे विच। ठीक है, और ये चात्रिक दसदा है कि परमात्मा जो है साडे दुनिया के हर पासे दे विच मौजूद है, और यह परमात्मा नू यही अरदास करदा है कि सारे लोकां नू यह पार उतार देवे। दूसरे भाग दे विच 5 कवितावां है, तीसरे दे विच भी 5 है, पहले च 4, दूजे च 5 और तीजे विच 5। ठीक है, तीजे दे उपर प्रश्न है, चात्रिक ने चंदनवाड़ी के तीजे भाग विच किन्ना पौराणिक पात्रां दे आपसी प्रेम भावां नूं दर्शाया? तां असीं शुरू दे विच मैं जदों तुहानूं इन्हां दीयां प्रमुख कवितावां वगैरह दसियां, उदों मैं तुहानूं दस्सिया सीगा 2 कवितावां दे बारे विच। अगर तुहानूं ओह याद है तां तुसीं इस क्वेश्चन दा आंसर बड़े ही आसानी नाल कर दोगे। ठीक है, एक सीगा पहला सीता संदेश और दूसरी सीगी राधा संदेश, है ना? तां इसदा मतलब राधा बारे तो गल हुई होएगी, सीता संदेश च राम सीता बारे गल हुई होएगी। बिल्कुल सही है, तो ये दोनों तो हैगे ही है ना? तो फिर उपरोक्त सारे आ जाएगा, शकुंतला दुष्यंत नूं तुसीं कल्ला तो छड्डोगे नहीं, है ना? तो ये तुसीं याद रखना कि इन्हां ने राधा कृष्ण और राम सीता दे जिहड़े प्रेम भाव है उन्हां दे बारे विच गल कीती सीगी। ठीक है, और जिहड़ा तीजा भाग है ना, इसका नाम रखा गया प्रेम दे बाण। ओके, और इहदे विच ही चात्रिक ने राम सीता, राधा कृष्ण एंड शकुंतला दुष्यंत दे प्रेम भाव बारे दसाया है, और इहदे विच इन्हां ने बोलिया कि जिवें आम इस्त्रियां नहीं हुंदियां, बिल्कुल आम इस्त्रियां दी तरह ही इन्हां ने दिखाया राधा नूं एंड सीता नूं विरलाप करदे होए। ठीक है जी, दुहाई दिंदे होए। ते इस दे विच राम संदेश ते सीता संदेश विच जिहड़ियां कवितावां आईयां है ना, उस दे विच ना कुछ एक समाजिक समस्यावां नूं भी नाल दे नाल शामिल किया गया चंदनवाड़ी दे विच ही। ठीक है, तो जिहड़ियां समाजिक समस्यावां वालियां प्रॉब्लम्स है उस दे विच किहड़ियां-किहड़ियां असीं याद रखनियां पॉइम्स? पहली है बाल विधवा। ठीक है, उस तो बाद है पिता वल्लों पुत्तर नूं सूचना, फिर है एक धी दी अपने मापियां वल चिट्ठी, उस तो बाद है गृहस्थन दा धर्म, फिर है सुखी जीवन दी कुंजी। ये सारियां कवितावां ओह ने जो कि चंदनवाड़ी दे विच समाजिक बुराइयां नूं दिखांदियां, समाजिक समस्यावां दा जिक्र करदियां। 20वीं सदी दे कवि हैगे ने है ना धनीराम चात्रिक, ते उस टाइम दे उपर ना सुधारवादी लहरां बहुत ज़्यादा चल रही सीगियां, ते जेड़े ये राइटर सी इन्हां दे उपर भी इन्हां सुधारवादी लहरां दा बहुत ज़्यादा असर होना स्टार्ट हो गया सीगा। ते इहदे विच जिहड़ियां मैं तुहानूं कवितावां दसियां, कुछ कवितावां नूं असीं अच्छी तरह देख लैंदे हां। जिस तरह कि सब तो पहलां असीं गल करांगे गृहस्थ दा धर्म। इस दे विच इन्हां ने एक मैरिड लेडी यानी कि एक विआहुता औरत जो है इसनूं कहा कि इन्हां नूं मड़ियां मसीतां दे जाण दी बजाए अपने जिहड़ा पति है उसकी सेवा करनी चाहिए है, अपने बच्चों नाल प्यार करना चाहिए है, तो उसका जीवन आपे ही सुखी हो जाएगा। ठीक है, इस तो बाद पिता वल्लों पुत्तर नूं सूचना। इस दे विच इन्हां ने बोलिया है कि एक पिता अपने पुत्तर नूं बुरियां आदतां छड्डण वास्ते कहंदा है ते बोलदा है कि अपने बजुर्ग माता पिता दी ओह सेवा करे। ठीक है, धी दी चिट्ठी ये बहुत ज़्यादा इंपॉर्टेंट है, क्योंकि अज दी डेट दे विच भी ये वाली जो समस्या किते किते तुहानूं पिंडां विच देखण नूं मिलेगी। ठीक है, जिहड़े बहुत बैकवर्ड वाली साइड पिंड हैगे ने, तां धी दी चिट्ठी दे विच यात्री की बोल रहा है, ये कह रहा है कि जिन्ने भी मापे हैगे आ उन्हां नूं चाहीदा है कि अपनी धी नूं पढ़ाई जरूर करवाण। ठीक है, एजुकेशन दे बारे यानी कि इन्हां ने विमेन अपलिफ्टमेंट दे बारे दे विच भी गल कीती है। अगे धनीराम चात्रिक दी माता दा की नाम सीगा? तां इन्हां दी माता दा नाम सीगा लक्ष्मी देवी। ठीक है जी, धनीराम चात्रिक नूं हेठां दित्तियां विचों किस नाम दे नाल जाणिया जांदा है? तां इन्हां नूं बोलिया जांदा सी आधुनिक लोक कवि, क्योंकि आधुनिक रचनावां करदे होए ये लोकां दी आवाज़ बने सी। ठीक है, आम भाषा दे विच गल करदे सीगे और ठेठ पंजाबी दी ये वरतों करदे सी। ओके, धनीराम चात्रिक दी निगरानी हेठ किस ते लिखे महान कोश दी छपाई हुई है? ये मैं तुहानूं पहलां ही कहा सी, बहुत इंपॉर्टेंट रहूगा। भाई काहन सिंह दे महान कोश नूं धनीराम चात्रिक ने अपनी प्रिंटिंग प्रेस दे विच छापिया सी। ठीक है जी, अगे धनीराम चात्रिक ने केड़ी प्रिंटिंग प्रेस चलाई? तां ये हो जाएगी
ਸੁਦਰਸ਼ਨ ਪ੍ਰਿੰਟਿੰਗ ਪ੍ਰੈਸ, ਠੀਕ ਹੈ। ਤੇ ਜਿਹੜੀ ਨਿਰਗੁਣਿਆਰਾ ਹੈਗਾ ਆ, ਤੁਹਾਨੂੰ ਪਤਾ ਹੋਏਗਾ ਭਾਈ ਵੀਰ ਸਿੰਘ ਜਦੋਂ ਅਸੀਂ ਕੀਤਾ ਸੀ, ਉੱਥੇ ਮੈਂ ਤੁਹਾਨੂੰ ਦੱਸਿਆ ਸੀ ਕਿ ਭਾਈ ਵੀਰ ਸਿੰਘ ਜੀ ਦੀਆਂ ਜਿਹੜੀਆਂ ਰਸਾਲੇ ਛਾਪੇ ਜਾਂਦੇ ਸੀ, ਉਹਨਾਂ ਨੂੰ ਨਿਰਗੁਣਿਆਰਾ ਟਾਈਟਲ ਦੇ ਅੰਡਰ ਹੀ ਛਾਪਿਆ ਜਾਂਦਾ ਸੀ। ਧਨੀਰਾਮ ਚਾਤਰਿਕ ਨੂੰ ਕਿਸ ਸਾਲ ਦੇ ਵਿੱਚ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ? ਤਾਂ ਧਨੀਰਾਮ ਚਾਤਰਿਕ ਨੂੰ 1950 ਦੇ ਵਿੱਚ ਦਿੱਤਾ ਗਿਆ ਸੀਗਾ ਅਭਿਨੰਦਨ ਗ੍ਰੰਥ, ਠੀਕ ਹੈ। ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਉਦੋਂ ਇਹਨਾਂ ਦੀ ਕਿੰਨਵੀਂ ਵਰ੍ਹੇਗੰਢ ਸੀ? ਤਾਂ ਇਹਨਾਂ ਦੀ 75ਵੀਂ ਵਰ੍ਹੇਗੰਢ ਸੀਗੀ। ਐਸੇ ਮੌਕੇ ਦੇ ਉੱਪਰ ਹੀ ਅਭਿਨੰਦਨ ਗ੍ਰੰਥ ਇਹਨਾਂ ਨੂੰ ਭੇਟ ਕੀਤਾ ਗਿਆ ਔਰ ਇਹ ਪਹਿਲੇ ਪੰਜਾਬੀ ਵਿਦਵਾਨ ਬਣੇ ਜਿਨ੍ਹਾਂ ਨੂੰ ਕਿ ਅਭਿਨੰਦਨ ਗ੍ਰੰਥ ਮਿਲਿਆ ਸੀਗਾ। ਓਕੇ, ਧਨੀਰਾਮ ਚਾਤਰਿਕ ਦਾ ਦੇਹਾਂਤ ਕਦੋਂ ਹੋਇਆ? ਤਾਂ ਇਹਨਾਂ ਦਾ ਦੇਹਾਂਤ ਹੋ ਰਿਹਾ 18 ਦਸੰਬਰ 1954 ਨੂੰ। ਇਹਨਾਂ ਦੀ ਤਬੀਅਤ ਖਰਾਬ ਹੋਈ ਸੀ ਜਿਸ ਦੇ ਕਰਕੇ ਇਹਨਾਂ ਦਾ ਦੇਹਾਂਤ ਹੋਇਆ ਸੀ। ਪੰਜਾਬੀ ਦੇ ਕਿਸ ਰਚਨਾਕਾਰ ਨੇ ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦੇ ਵਿੱਚ ਯੋਗਦਾਨ ਪਾਇਆ? ਇਹ ਅਸੀਂ ਹੁਣੇ ਹੀ ਕਰ ਲਿਆ, ਧਨੀਰਾਮ ਚਾਤਰਿਕ ਹੈ ਨਾ ਨੇ। ਐਸੇ ਕਰਕੇ ਤਾਂ ਇਹਨਾਂ ਦੇ ਨਾਮ ਦੇ ਉੱਪਰ ਇੱਕ ਫੋਂਟ ਵੀ ਰੱਖਿਆ ਗਿਆ ਹੈ ਨਾ। ਤੇ ਇਹਨਾਂ ਦੀ ਇੰਨੀ ਜ਼ਿਆਦਾ ਤਾਂਘ ਸੀ ਕਿ ਪੰਜਾਬੀ ਔਰ ਇੰਗਲਿਸ਼ ਵਰਗੀਆਂ ਜਿਹੜੀਆਂ ਭਾਸ਼ਾਵਾਂ ਹੈ ਨਾ, ਉਰਦੂ ਵਰਗੀਆਂ ਭਾਸ਼ਾਵਾਂ, ਇਹ ਵੀ ਇਹਨਾਂ ਨੇ ਆਪਣੇ ਆਪ ਹੀ ਸਿੱਖੀਆਂ ਸੀ ਬਿਨਾਂ ਪੜ੍ਹੇ, ਠੀਕ ਹੈ। ਓਕੇ, ਅੱਗੇ ਚੱਲਦੇ ਹਾਂ। ਧਨੀਰਾਮ ਚਾਤਰਿਕ ਨੂੰ ਕਵਿਤਾ ਲਿਖਣ ਦੀ ਚੇਟਕ ਕਿਸ ਤੋਂ ਪਈ? ਤਾਂ ਇਹ ਭਾਈ ਵੀਰ ਸਿੰਘ ਸੀਗੇ ਜਿਨ੍ਹਾਂ ਦਾ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਅਸਰ ਰਿਹਾ ਸੀਗਾ ਹੈ ਨਾ। ਔਰ ਉਸੇ ਟਾਈਮ ਦੇ ਵਿੱਚ ਇਹਨਾਂ ਨੇ ਇਹਨਾਂ ਦੇ ਪ੍ਰਿੰਟਿੰਗ ਪ੍ਰੈਸ ਦੇ ਉੱਪਰ ਵੀ ਕੰਮ ਕੀਤਾ ਸੀਗਾ ਹੈ ਨਾ। ਅੱਗੇ ਚੱਲੋ। ਮੋਹਨ ਸਿੰਘ ਨੇ ਧਨੀਰਾਮ ਨੂੰ ਕੀ ਨਾਮ ਦਿੱਤਾ? ਤਾਂ ਮੋਹਨ ਸਿੰਘ ਨੇ ਧਨੀਰਾਮ ਨੂੰ ਦੋਨੋਂ ਦੇ ਦੋਨੋਂ ਯਾਨੀ ਨਿਪੁੰਨਤਾ ਦਾ ਕਲਾਕਾਰ ਤੇ ਆਨੰਦ ਦਾ ਗਵਈਆ ਦੋਨੋਂ ਹੀ ਨਾਮ ਦਿੱਤੇ ਸੀ। ਅੱਗੇ ਧਨੀਰਾਮ ਚਾਤਰਿਕ ਦੀ ਅੰਤਿਮ ਰਚਨਾ ਕਿਸ ਲਿਪੀ ਵਿੱਚ ਹੈ? ਇਹ ਵੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਰਹੇਗਾ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖਣਾ, ਅੰਤਿਮ ਰਚਨਾ ਇਹਨਾਂ ਦੀ ਸ਼ਾਹਮੁਖੀ ਲਿਪੀ ਦੇ ਵਿੱਚ ਲਿਖੀ ਗਈ ਸੀ। ਓਕੇ ਜੀ। ਅੱਗੇ, ਸੂਫੀ ਖਾਨਾ ਕਾਵ ਸੰਗ੍ਰਹਿ ਹੈ ਕਿਸ ਕਾਵ ਧਾਰਾ ਦਾ ਸੰਗ੍ਰਹਿ ਹੈ? ਅਗਰ ਤੁਸੀਂ ਬਿਲਕੁਲ ਸ਼ੁਰੂਆਤ ਵਾਲਾ ਮੇਰਾ ਲੈਕਚਰ ਅੱਛੀ ਤਰ੍ਹਾਂ ਸੁਣਿਆ ਹੋਏਗਾ, ਇਸ ਦਾ ਆਨਸਰ ਤੁਸੀਂ ਸੈਕਿੰਡਸ ਵਿੱਚ ਕਰ ਦੋਗੇ ਕਿ ਸੂਫੀ ਖਾਨਾ ਰਹੱਸਵਾਦੀ ਹੈ। ਓਕੇ, ਇਹ ਵੀ ਬਹੁਤ ਇੰਪੋਰਟੈਂਟ ਰਚਨਾ ਇਹਨਾਂ ਦੀ ਪੇਪਰ ਪੁਆਇੰਟ ਆਫ ਵਿਊ ਦੇ ਨਾਲ, ਠੀਕ ਹੈ ਜੀ। ਅੱਗੇ, ਧਨੀਰਾਮ ਚਾਤਰਿਕ ਦੁਆਰਾ ਲਿਖੀ ਗਈ ਸਭ ਤੋਂ ਲੰਬੀ ਕਵਿਤਾ ਕਿਹੜੀ ਹੈ? ਤਾਂ ਜਿਹੜੀ ਕਵਿਤਾ ਦਾ ਨਾਮ ਤੁਹਾਨੂੰ ਇੱਥੇ ਸਭ ਤੋਂ ਲੰਬਾ ਦਿਖ ਰਿਹਾ ਹੈ ਨਾ, ਉਹੀ ਇਹਨਾਂ ਦੀ ਸਭ ਤੋਂ ਲੰਬੀ ਕਵਿਤਾ ਹੈ। ਨੂਰਜਹਾਂ ਬਾਦਸ਼ਾਹ ਬੇਗਮ, ਇਹ ਸਭ ਤੋਂ ਲੰਬੀ ਹੈ ਦੇਖਣ ਦੇ ਵਿੱਚ ਹੈ ਨਾ, ਜਿਵੇਂ ਲਿਖਿਆ ਹੋਇਆ ਹੈ। ਤਾਂ ਬਿਲਕੁਲ ਐਸੇ ਤਰ੍ਹਾਂ ਇਹੀ ਲੰਬੀ ਕਵਿਤਾ ਰਹੇਗੀ। ਅੱਗੇ, ਨੂਰਜਹਾਂ ਬਾਦਸ਼ਾਹ ਬੇਗਮ ਪੁਸਤਕ ਪਹਿਲੀ ਵਾਰ ਕਦੋਂ ਪ੍ਰਕਾਸ਼ਿਤ ਹੋਈ? ਕੁਐਸਚਨ ਨੂੰ ਧਿਆਨ ਨਾਲ ਸਮਝਣਾ ਹੈ, ਉਸ ਤੋਂ ਬਾਅਦ ਆਨਸਰ ਕਰਨਾ ਹੈ, ਠੀਕ ਹੈ। ਕਿਤੇ ਐਦਾਂ ਨਾ ਹੋਏ ਕਿ ਇੱਥੇ ਤੁਹਾਨੂੰ 53 ਆਪਸ਼ਨ ਦਿੱਤੀ ਹੋਏ ਤੇ ਤੁਸੀਂ ਉਹ ਪੁੜਕਾ ਕੇ ਆ ਜਾਓ, ਠੀਕ ਹੈ। ਪਹਿਲੀ ਵਾਰ ਪੁੱਛਿਆ ਗਿਆ। ਓਕੇ, ਤਾਂ ਦੇਖੋ ਪਹਿਲੀ ਵਾਰ ਇਹਨੂੰ ਪ੍ਰਕਾਸ਼ਿਤ ਕੀਤਾ ਗਿਆ ਸੀਗਾ 1944 ਦੇ ਵਿੱਚ। ਔਰ ਜਦੋਂ ਇਹ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਉਸ ਟਾਈਮ ਦੇ ਉੱਪਰ ਇਸ ਨੂੰ ਉਰਦੂ ਭਾਸ਼ਾ ਦੇ ਵਿੱਚ ਬਣਾਇਆ ਗਿਆ ਸੀ, ਠੀਕ ਹੈ। ਤੇ ਬਾਅਦ ਦੇ ਵਿੱਚ ਫਿਰ ਇਸ ਨੂੰ 1953 ਵਿੱਚ ਦੁਬਾਰਾ ਤੋਂ ਪ੍ਰਕਾਸ਼ਿਤ ਕੀਤਾ ਗਿਆ ਔਰ ਉਸ ਵਾਰੀਅੰਟ ਦੇ ਲਈ ਪੰਜਾਬੀ ਲੈਂਗੁਏਜ ਨੂੰ ਯੂਜ਼ ਕੀਤਾ ਗਿਆ ਸੀ, ਠੀਕ ਹੈ ਜੀ। ਅੱਗੇ ਚੱਲਦੇ ਹਾਂ। ਵਹਿੰਦਾ ਜਾਏ ਕਵਿਤਾ ਵਿੱਚ ਕਵੀ ਵਹਿੰਦੇ ਪਾਣੀ ਦੀ ਤੁਲਨਾ ਕਿਸ ਦੇ ਨਾਲ ਕਰਦਾ ਹੈ? ਤਾਂ ਇਹ ਹੈ ਜੀ ਮਨੁੱਖੀ ਜੀਵਨ ਦੇ ਨਾਲ, ਠੀਕ ਹੈ। ਕਿ ਜਿਹੜਾ ਪਾਣੀ ਹੈ ਉਹ ਕੋਈ ਵੀ ਪ੍ਰੋਬਲਮ ਆ ਜੇ ਬਟ ਉਹ ਲਗਾਤਾਰ ਵਹਿੰਦਾ ਹੀ ਜਾਂਦਾ ਹੈ, ਇਸੇ ਤਰ੍ਹਾਂ ਹੀ ਮਨੁੱਖ ਦਾ ਜੀਵਨ ਵੀ ਹੁੰਦਾ ਹੈ, ਠੀਕ ਹੈ। ਧਨੀਰਾਮ ਚਾਤਰਿਕ ਨੇ ਸਭ ਤੋਂ ਪਹਿਲਾਂ ਕਿਸ ਵਿਧਾ ਦੇ ਵਿੱਚ ਲਿਖਿਆ? ਇਸ ਦੇ ਬਾਰੇ ਤਾਂ ਅਸੀਂ ਇੰਨੀ ਕੁ ਵਾਰ ਬੋਲ ਚੁੱਕੇ ਹਾਂ ਕਿ ਸ਼ਾਇਦ ਹੁਣ ਤੁਸੀਂ ਰਾਤ ਨੂੰ ਉੱਠ ਕੇ ਵੀ ਦੱਸ ਸਕਦੇ ਹੋ ਕਿ ਸਭ ਤੋਂ ਪਹਿਲਾਂ ਇਹਨਾਂ ਨੇ ਕਿੱਸੇ ਲਿਖਣੇ ਸ਼ੁਰੂ ਕੀਤੇ ਸੀ, ਹੈ ਨਾ। ਔਰ 1931 ਤੋਂ ਬਾਅਦ ਫਿਰ ਇਹ ਕਵਿਤਾਵਾਂ ਲਿਖਣੀਆਂ ਸਟਾਰਟ ਹੋ ਗਏ ਸੀਗੇ, ਰਾਈਟ। ਤੇ ਇਹਨਾਂ ਦਾ ਜਿਹੜਾ ਪਹਿਲਾ ਕਿੱਸਾ ਹੈ ਇਹ 1905 ਦੇ ਵਿੱਚ ਲਿਖਿਆ ਗਿਆ ਸੀ, ਭਰਥਰੀ ਹਰੀ ਪ੍ਰਕਾਸ਼ਿਤ ਹੋਇਆ ਸੀ, ਠੀਕ ਹੈ। ਅੱਗੇ, ਰਾਧਾ ਸੰਦੇਸ਼ ਅਤੇ ਸੀਤਾ ਸੰਦੇਸ਼ ਕਵਿਤਾਵਾਂ ਦਾ ਇਤਿਹਾਸਿਕ ਪਿਛੋਕੜ ਕੀ ਹੈ? ਦੇਖੋ ਇਹਨਾਂ ਦਾ ਇਤਿਹਾਸਿਕ ਪਿਛੋਕੜ ਰਹੇਗਾ ਹਿੰਦੂ ਮਿਥਿਹਾਸ, ਹੈ ਨਾ। ਇਤਿਹਾਸ ਉਹ ਹੁੰਦਾ ਹੈ ਜਦੋਂ ਪੁਰਾਣੀਆਂ ਘਟਨਾਵਾਂ ਜਿਹੜੀਆਂ ਬੀਤੇ ਟਾਈਮ ਦੇ ਵਿੱਚ ਹੋਈਆਂ ਉਹਨਾਂ ਨੂੰ ਕ੍ਰਮ ਦੇ ਅਨੁਸਾਰ ਦੱਸਿਆ ਜਾਏ, ਹੈ ਨਾ। ਪਰ ਮਿਥਿਹਾਸ ਦੇ ਵਿੱਚ ਤੁਸੀਂ ਮਿਥ ਦੇਖ ਲਓ, ਮਿਥ ਕਿਹਨੂੰ ਕਹਿੰਦੇ ਆ? ਮਨ ਘੜਤ ਨੂੰ, ਠੀਕ ਹੈ। ਤਾਂ ਇਸ ਦਾ ਮਤਲਬ ਕਿਸੇ ਚੀਜ਼ ਨੂੰ ਵਧਾ ਚੜਾ ਕੇ ਬੋਲਣਾ, ਕਹਿਣ ਦਾ ਮਤਲਬ ਕੁਛ ਇੱਕ ਚੀਜ਼ਾਂ ਆਪਣੇ ਮਨ ਦੀਆਂ ਕਲਪਨਾ ਦੇ ਨਾਲ ਵੀ ਜੋ ਹੈਗੀਆਂ ਸਾਡੇ ਸਾਹਮਣੇ ਪੇਸ਼ ਕਰ ਦਿੱਤੀਆਂ ਜਾਂਦੀਆਂ, ਠੀਕ ਹੈ। ਤੇ ਅਸੀਂ ਹੁਣੇ ਕੀਤਾ ਸੀ ਨਾ ਕਿ ਜੋ ਸੀਤਾ ਸੰਦੇਸ਼ ਹੈ ਜਾਂ ਫਿਰ ਜੋ ਰਾਧਾ ਸੰਦੇਸ਼ ਹੈ ਨਾ, ਇਸ ਦੇ ਵਿੱਚ ਨਾ ਇਹਨਾਂ ਨੇ ਆਮ ਇਸਤਰੀਆਂ ਦੀ ਤਰ੍ਹਾਂ ਹੀ ਸੀਤਾ ਔਰ ਰਾਧਾ ਨੂੰ ਵਿਰਲਾਪ ਕਰਦੇ ਦਿਖਾਇਆ, ਹੈ ਨਾ। ਤਾਂ ਇਸ ਦਾ ਮਤਲਬ ਇਹਨਾਂ ਨੇ ਆਪਣੇ ਮਨ ਦੇ ਜਿਹੜੀਆਂ ਕਲਪਨਾਵਾਂ ਉਹਨਾਂ ਨੂੰ ਇਹਨਾਂ ਦੋਨਾਂ ਦੇ ਵਿੱਚ ਹੀ ਸ਼ਾਮਿਲ ਕੀਤਾ ਸੀ, ਓਕੇ। ਇਹਨਾਂ ਦੇ ਵਿੱਚੋਂ ਕਿਹੜੀ ਰਚਨਾ ਧਨੀਰਾਮ ਚਾਤਰਿਕ ਦੀ ਨਹੀਂ ਹੈ, ਠੀਕ ਹੈ। ਤਾਂ ਇੱਥੇ ਤੁਸੀਂ ਬਿਲਕੁਲ ਕਨਫਿਊਜ਼ ਨਹੀਂ ਹੋਗੇ। ਭਰਥਰੀ ਹਰੀ ਦੇਖ ਕੇ ਕਿਤੇ ਆਨਸਰ ਨਾ ਲਗਾ ਦੇਣਾ,
ठीक है। आई नो कि शायद तुहाडे विचों कुछ एक ने सोच भी लिया होना है ना कि भरथरी-हरी तो इन्हां दी ही है, बिल्कुल भी नहीं। भरथरी-हरी दा नीति शतक ये जो रचना है ना, ये धनीराम चातरिक दी नहीं है, इन्हां ने कल्ली भरथरी-हरी लिखी सी। जे नाल नीति शतक आ जाएगा तो इसका आंसर हो जाएगा भाई वीर सिंह, ठीक है। ये भाई वीर सिंह दी रचना है, ना कि धनीराम चातरिक दी। ऐदां दे ट्रिकी क्वेश्चंस नूं बहुत ज़्यादा ध्यान नाल सुनिया करना है, ओके। हाँ जी, अगे ये आ गया हुण महत्वपूर्ण जिहड़ियां इन्हां दी रचनावां, इन्हां दे काव्य संग्रह जो कि पेपरां दे विच 99% आउण दे चांसिस है, ठीक है। तो ये मैं तुहानूं पहलां भी दस दित्ती है ट्रिक, एक बार फिर तो याद करा दां क्योंकि ट्रिक 2-3 बार सुन लोगे तुहानूं ऐ सेकंड्स दे विच इह वालीआं कवितावां याद हो जाणीआं, ठीक है। तो बहुत ही धनी नूरजहां बादशाह बेगम हुंदे सीगे, उन्हां दा नौकर सी धर्मवीर। धर्मवीर नूं उन्हां ने अपने सूफी खाने विच बुलाया और कहा कि वह चंदनवाड़ी दी केसर क्यारी विच जाए, उत्थों फुल्लां दी टोकरी भर के नल दमयंती नूं नवां जहान दे विच दे के आए, ठीक है। तो इदां सारियां दियां सारियां जो रचनावां तुहानूं याद हो गईआं होणगीआं, ठीक है। तो मैनूं पूरी उम्मीद है कि तुहानूं अज दा सैशन मेरे वल्लों कीती मेहनत चंगी लग रही होएगी। अगर चंगी लग रही है तो तुसीं इस सैशन नूं ज़्यादा तो ज़्यादा शेयर करो, ठीक है, और लाइक करके कमेंट करके ज़रूर दसना। तो जिहड़े भी स्टूडेंट्स पेड बैच लेना चाहते हैं पंजाबी दे लैक्चरर केडर दा तां ओह लै सकदे ने। इस दे लई ड्रीम्स इंस्टीट्यूट एंड एरुडिशन स्टडीज़ यानी कि मैं शैरिन है ना, असीं मिल के एक बैच स्टार्ट किया आ और इस दे विच ऐदां दे ही तुहानूं सैशन डिटेल दे विच करवाए जाणगे जिस दे नाल कोई भी ऐदां दा प्रश्न ना होए जिहड़ा कि तुहानूं देखण नूं ना मिले, ठीक है ना। तो इस दे लई मैं तुहानूं जो कमेंट सैक्शन दे विच या फिर डिस्क्रिप्शन दे विच नंबर भी दस दूंगी, ठीक है। तो तुसीं उस नंबर दे उपर कॉल करके और अपनी सीट नूं रिजर्व करवा सकते हो लैक्चरर केडर दे पंजाबी दे मास्टर दे लई, और उत्थे ही तुहानूं मास्टर केडर दे लई एंड लैक्चरर केडर पॉलिटिकल साइंस दे लई भी बैच स्टार्ट ऑलरेडी हो चुका है, ठीक है। और इनू भी तुसीं ज्वाइन कर सकते हो और ये दोनों बैच मैं खुद लै रही हाँ और मेरी पूरी ट्राई रहेगी कि मैं तुहानूं लैक्चरर बंदे मैं तुहानूं मास्टर केडर दे विच सिलेक्ट होंदे देखा, ओके। थैंक यू सो मच। अगर तुहानूं सैशन अच्छा लग्या होए तो चैनल नूं सबसक्राइब कर लेना और बैल आइकन प्रेस करके आने वाले जिन्नियां भी नोटिफिकेशन है उन्हां नूं टाइमली लै लेना। थैंक यू सो मच, हैव अ नाइस टाइम, बाय बाय, सत श्री अकाल जी।